ਸੋ ਇਸ ਸਮੇਂ ਇੱਕ ਤਰ੍ਹਾਂ ਦੀ ਡੈਡ ਹੀਟ ਇਸ ਸਮੇਂ ਚੱਲ ਰਹੀ ਹੈਗੀ ਹੈ। ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਐਰਨ ਓਟੂਲ ਤਕਰੀਬਨ 14 ਪੁਆਇੰਟ ਪਿੱਛੇ ਹੈਗੇ ਸੀ ਲਿਬਰਲ ਪਾਰਟੀ ਤੋਂ। ਹੁਣ ਇਸ ਕਿਤਾਬ ਦਾ, ਇਸ ਸਟੇਟਮੈਂਟ ਦਾ ਕੀ ਅਸਰ ਪੈਂਦਾ ਹੈ, ਇਹ ਇੱਕ ਦੋ ਦਿਨਾਂ ਦੇ ਵਿੱਚ ਥੋੜਾ ਜਿਹਾ ਹੋਰ ਕਲੀਅਰ ਹੋਏਗਾ ਜੇਕਰ ਲੋਕਾਂ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿਆ। ਪਰ ਦੂਸਰੇ ਪਾਸੇ ਇੱਕ ਅਹਿਮ ਮੁੱਦਾ ਜਿੱਤੇ ਇਸ ਸਮੇਂ ਜੋ ਕੰਜ਼ਰਵੇਟਿਵ ਪਾਰਟੀ ਨੂੰ ਧੱਕਾ ਲੱਗ ਰਿਹਾ ਉਹ ਹੈ ਵੈਕਸੀਨਸ ਦਾ। ਇਹ ਜ਼ਿਆਦਾਤਰ ਕੰਜ਼ਰਵੇਟਿਵਸ ਹੀ ਹੈਗੇ ਨੇ ਜਿਹੜੇ ਕਿ ਟੁੱਟ ਕੇ ਪੀਪੀਸੀ ਨੂੰ ਵੋਟ ਪਾਣਗੇ। ਇਸ ਦਾ ਮਤਲਬ ਹੈ ਕਿ ਜਿਹੜੀ ਵੋਟਾਂ ਕੰਜ਼ਰਵੇਟਿਵਸ ਨੂੰ ਜਾਣੀਆਂ ਸੀ, ਜਦੋਂ ਉਹ ਟੁੱਟਣਗੀਆਂ ਪੀਪੀਸੀ ਨੂੰ ਜਾਣਗੀਆਂ, ਉਹਦਾ ਫਾਇਦਾ ਜਸਟਿਨ ਟਰੂਡੋ ਨੂੰ ਪਏਗਾ। ਗ੍ਰੇਟਰ ਟੋਰਾਂਟੋ ਏਰੀਆ ਜਾਂ ਵੈਨਕੂਵਰ ਦਾ ਜਿਹੜਾ ਇਲਾਕਾ ਹੈਗਾ ਇਹ ਬੜਾ ਅਹਿਮ ਹੈਗਾ, ਜਿਹੜਾ ਡਿਸਾਈਡ ਕਰੇਗਾ। ਲੇਕਿਨ ਜਿੱਥੇ ਸਪੋਰਟ ਦੀ ਗੱਲ ਆਉਂਦੀ ਹੈਗੀ ਹੈ ਉਹਦੇ ਵਿੱਚ ਇਹ ਐਨਡੀਪੀ ਲਿਬਰਲਸ ਨੂੰ ਸਪੋਰਟ ਕਰੀ। ਇਸ ਸਮੇਂ ਜਿਸ ਤਰ੍ਹਾਂ ਇਮੀਗ੍ਰੇਸ਼ਨ ਦੇ ਵਿੱਚ ਧਾਂਦਲੇਬਾਜ਼ੀ ਜੋ ਚੱਲ ਰਹੀ ਹੈ, ਇੰਟਰਨੈਸ਼ਨਲ ਸਟੂਡੈਂਟਸ ਦਾ ਅਬਿਊਜ਼ ਹੋ ਰਿਹਾ ਹੈ, ਜਿਸ ਤਰ੍ਹਾਂ ਵਰਕ ਪਰਮਿਟਸ ਸੇਲ ਹੋ ਰਹੀਆਂ ਨੇ, LMIA ਦੀ ਇੱਕ ਦੁਕਾਨ ਲੱਗੀ ਹੋਈ ਹੈ। ਕੈਨੇਡਾ 'ਚ 20 ਸਤੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਔਰ ਐਡਵਾਂਸ ਪੋਲਿੰਗ ਵਿੱਚ ਵੀ ਲੋਕ ਵੱਡੀ ਪੱਧਰ ਤੇ ਵੋਟ ਪਾ ਚੁੱਕੇ ਨੇ, ਪਰ ਤਸਵੀਰ ਹਾਲੇ ਤੱਕ ਸਾਫ਼ ਨਹੀਂ ਗਈ ਕਿ ਕਿੱਧਰ ਨੂੰ ਇਸ ਵਕਤ ਕਿਹੜੀ ਪਾਰਟੀ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਇਸ ਵਾਰ ਵੀ ਸਰਵੇ ਦੇ ਹਿਸਾਬ ਨਾਲ ਦੇਖੀਏ ਤਾਂ ਮਿਨੋਰਟੀ ਬਣ ਨਜ਼ਰ ਆ ਰਹੀ ਆ। ਸੋ ਅੱਜ ਅਸੀਂ ਪਹੁੰਚੇ ਆ ਸੀਨੀਅਰ ਜਰਨਲਿਸਟ ਹਰਪ੍ਰੀਤ ਸਿੰਘ ਉਹਨਾਂ ਕੋਲ ਜਾਣਾਂਗੇ ਕੈਨੇਡਾ ਦੀ ਸਿਆਸਤ ਦੀਆਂ ਬਰੀਕੀਆਂ ਅਤੇ ਬਰੀਕੀ 'ਚ ਜਾਣਾ ਕਿ ਇਸ ਵਕਤ ਕਿਹੜੇ ਮੁੱਦਿਆਂ ਉੱਤੇ ਸਿਆਸਤ ਭਾਰੂ ਹੋ ਰਹੀ ਆ, ਕਿਹੜੇ ਮੁੱਦੇ ਪਾਰਟੀਆਂ ਨੂੰ ਢਾਹ ਲਾ ਰਹੇ ਨੇ ਜਾਂ ਫਾਇਦਾ ਦੇ ਰਹੇ ਨੇ ਅਤੇ ਕੀ ਹੋ ਸਕਦਾ 20 ਸਤੰਬਰ ਨੂੰ। ਸੋ ਸੰਭਾਵਨਾਵਾਂ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਬਹੁਤ ਮਿਹਰਬਾਨੀ ਜੀ। ਟੀਵੀ ਪੰਜਾਬ ਦੇ ਸਮੂਹ ਦਰਸ਼ਕਾਂ ਦਾ ਵੀ ਧੰਨਵਾਦ ਤੇ ਖਾਸ ਤੌਰ ਤੇ ਤੁਹਾਡੀ ਮੈਨੇਜਮੈਂਟ ਦਾ ਜਿਹੜਾ ਕਿ ਸਾਨੂੰ ਮੌਕਾ ਦਿੰਦੀ ਹੈ। ਕੈਨੇਡਾ ਵਿੱਚ ਜੋ ਕੁਝ ਹੁੰਦਾ ਤੁਸੀਂ ਸਾਰੀ ਦੁਨੀਆ 'ਚ ਪਹੁੰਚਾਉਂਦੇ ਹੋ ਜੀ। ਸੋ ਇਸ ਵਕਤ ਕਿਸ ਤਰੀਕੇ ਨਾਲ ਦੇਖਦੇ ਹੋ? ਮਹਿਜ 6 ਦਿਨ ਹੁਣ ਬਾਕੀ ਨੇ, 20 ਨੂੰ ਵੋਟਾਂ ਨੇ, 14 ਤਰੀਕ ਅੱਜ ਹੋ ਗਈ ਆ। ਸੋ ਕਦੇ ਸਰਵੇ 'ਚ ਪਹਿਲੀਆਂ 2 ਵੀਕਸ ਉੱਤੇ ਕੰਜ਼ਰਵੇਟਿਵ ਬਹੁਤ ਵਧੀਆ ਜਾ ਰਹੇ ਸੀ, ਐਂ ਲੱਗਦਾ ਸੀ ਕਿ ਜਸਟਿਨ ਟਰੂਡੋ ਗਲਤੀ ਕਰ ਬੈਠੇ, ਪਰ ਇੱਕ ਦੋ ਮੁੱਦਿਆਂ ਉੱਤੇ ਆ ਕੇ ਫਿਰ ਗਰਾਰੀ ਫਸ ਗਈ। ਸੋ ਇਸ ਵਕਤ ਤੁਸੀਂ ਕੀ ਦੇਖਦੇ ਹੋ ਕਿ ਕੀ ਸਿਨੈਰੀਓ ਬਣਦਾ ਨਜ਼ਰ ਆ ਰਿਹਾ? ਸੋ ਇਸ ਸਮੇਂ ਇੱਕ ਤਰ੍ਹਾਂ ਦੀ ਡੈਡ ਹੀਟ ਇਸ ਸਮੇਂ ਚੱਲ ਰਹੀ ਹੈਗੀ ਹੈ, ਕਿਉਂਕਿ ਇੱਕ ਦੋ ਪੁਆਇੰਟਸ ਤੋਂ ਕਦੀ ਲਿਬਰਲ ਉੱਤੇ ਚਲੇ ਜਾਂਦੇ ਨੇ, ਕਦੀ ਕੰਜ਼ਰਵੇਟਿਵ ਚਲੇ ਜਾਂਦੇ ਨੇ। ਪਰ ਬੇਸਿਕਲੀ ਜਿਸ ਮਕਸਦ ਨਾਲ ਕੰਜ਼ਰਵੇਟਿਵ ਲੀਡਰ ਨੇ ਜਦੋਂ ਇਹ ਚੋਣ ਦੇ ਮੁਹਿੰਮ ਦੇ ਵਿੱਚ ਅੱਗੇ ਆਏ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਐਰਨ ਓਟੂਲ ਤਕਰੀਬਨ 14 ਪੁਆਇੰਟ ਪਿੱਛੇ ਹੈਗੇ ਸੀ ਲਿਬਰਲ ਪਾਰਟੀ ਤੋਂ। ਲੇਕਿਨ ਹੌਲੀ ਹੌਲੀ ਉਹ ਗੈਪ ਘਟਦਾ ਰਿਹਾ ਤੇ ਇੱਕ ਇਹ ਵੀ ਸਮਾਂ ਆ ਗਿਆ ਜਦੋਂ ਪਿਛਲੇ ਕੁਝ ਦਿਨਾਂ 'ਚ ਅਸੀਂ ਦੇਖਿਆ ਕਿ ਕੰਜ਼ਰਵੇਟਿਵ ਪਾਰਟੀ ਦਾ ਜਿਹੜੇ ਸਕੋਰ ਸੀ ਉਹ ਉੱਤੇ ਨੂੰ ਚਲੇ ਗਿਆ। ਪਰ ਪੋਲਿੰਗ ਅਸਲ ਵਿੱਚ ਹੋਏਗੀ 20 ਤਰੀਕ ਨੂੰ। ਪਰ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ ਇਹ ਸਿਆਸਤ ਜਿਹੜੀ ਇਹ ਜੰਗ ਹੋ ਰਹੀ ਹੈ ਇਸ ਸਮੇਂ, ਬੇਸਿਕਲੀ ਜਸਟਿਨ ਟਰੂਡੋ ਨੇ ਇਲੈਕਸ਼ਨ ਇਸ ਕਰਕੇ ਕਾਲ ਕੀਤੀ ਸੀ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਵੈਕਸੀਨੇਸ਼ਨ ਬਹੁਤ ਵਧੀਆ ਤਰੀਕੇ ਨਾਲ ਕੈਨੇਡਾ ਵਿੱਚ ਹੋ ਰਹੀ ਸੀ, ਪੈਸੇ ਬੜੇ ਵੰਡੇ ਸੀ, ਤਾਂ ਉਹਨਾਂ ਨੇ ਸੋਚਿਆ ਕਿ ਸਨੈਪ ਇਲੈਕਸ਼ਨ ਕਰਵਾ ਕੇ ਲੋਕ ਉਹਨਾਂ ਦੇ ਹੱਕ ਵਿੱਚ ਆਉਣਗੇ, ਪਰ ਉਹ ਗੱਲ ਨਹੀਂ ਹੋ ਰਹੀ। ਇਸ ਸਮੇਂ ਮਿਨੋਰਿਟੀ ਹੀ ਸਰਕਾਰ ਬਣਨ ਦੇ ਪੂਰੇ ਚਾਂਸਸ ਨੇ ਤੇ ਕੌਣ ਬਣਾਏਗਾ ਸਰਕਾਰ, ਇਹਦੇ ਉੱਤੇ ਵੀ ਅਜੇ ਡੈਡ ਹੀਟ ਜਿਹੜੀ ਚੱਲ ਰਹੀ ਹੈ। ਕਿਹੜੀ ਪਾਰਟੀ ਕਿਹਨੂੰ ਸਪੋਰਟ ਕਰਦੀ ਹੈ ਇਸ ਉੱਤੇ ਡਿਪੈਂਡ ਕਰੇਗਾ। ਐਨਡੀਪੀ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਹੈਗਾ, ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਟਰੂਡੋ ਦੀ ਹੀ ਮਦਦ ਕਰਾਂਗੇ। ਦੂਸਰੇ ਪਾਸੇ ਬਲਾਕ ਕਿਬਕਵਾ ਨੇ ਵੀ ਅਜੇ ਆਪਣਾ ਪੂਰੇ ਬਿਆਨ ਤੇ ਨਹੀਂ ਦਿੱਤੇ, ਪਰ ਲੱਗਦਾ ਹੈ ਕਿ ਉਹ ਕੰਜ਼ਰਵੇਟਿਵ ਵਾਲੇ ਪਾਸੇ ਜਾ ਸਕਦੇ ਨੇ। ਪਰ ਜੇਕਰ ਹੁਣ ਅੱਜ ਅਸੀਂ ਦੇਖੀਏ, ਅੱਜ ਜੋ ਸਥਿਤੀ ਬਣੀ ਪਈ ਹੈ, ਅੱਜ ਲਿਬਰਲਸ ਬਿਲਕੁਲ ਤਕਰੀਬਨ ਕੁਝ ਪੁਆਇੰਟਸ ਉੱਤੇ ਹੈਗੇ ਨੇ ਕੰਜ਼ਰਵੇਟਿਵ ਪਾਰਟੀ ਤੋਂ। ਸੋ ਜੋ ਅਨੁਮਾਨ ਲਾਇਆ ਜਾ ਰਿਹਾ ਕਿ ਕਿਸੇ ਵੀ ਪਾਰਟੀ ਨੂੰ 170 ਦਾ ਜਿਹੜਾ ਮਾਰਕ ਹੈਗਾ ਉਹ ਕਿਸੇ ਨੂੰ ਨਹੀਂ ਮਿਲੇਗਾ ਤੇ ਮੈਜੋਰਿਟੀ ਸਰਕਾਰ ਨਹੀਂ ਬਣੇਗੀ। ਸੋ ਇਸ ਸਮੇਂ ਜੋ ਦੇਖਿਆ ਜਾਏ ਤਾਂ ਲੱਗ ਰਿਹਾ ਹੈ ਕਿ ਟਰੂਡੋ ਹੀ ਦੁਬਾਰਾ ਮਿਨੋਰਿਟੀ ਗਵਰਨਮੈਂਟ ਬਣਾ ਜਾਣਗੇ ਸਪੋਰਟ ਲੈ ਕੇ ਐਨਡੀਪੀ ਦੀ। ਤਕਰੀਬਨ 140 ਤੋਂ 150 ਸੀਟਾਂ ਦਾ ਕਿਹਾ ਜਾ ਰਿਹਾ, ਅਨੁਮਾਨ ਲਾਇਆ ਜਾ ਰਿਹਾ ਕਿ ਲਿਬਰਲ ਪਾਰਟੀ ਨੂੰ ਜਾਏਗਾ, 130 ਤੋਂ ਲੈ ਕੇ 140 ਸੀਟਾਂ ਜਾਣੀਆਂ ਕੰਜ਼ਰਵੇਟਿਵ ਪਾਰਟੀ ਨੂੰ। ਪਰ ਅੱਜ ਇੱਕ ਬੜੀ ਵੱਡੀ ਇੱਕ ਤਹਿਲਕਾ ਮਚਿਆ, ਮੈਂ ਕਹਾਂਗਾ ਕਿ ਜੋਡੀ ਵਿਲਸਨ ਰਿਬੋਲਡ ਸਾਬਕਾ ਮੰਤਰੀ ਜਿਹੜੇ ਹੈਗੇ ਨੇ, ਟਰੂਡੋ ਸਰਕਾਰ 'ਚ ਹੁੰਦੇ ਸੀ, ਉਹਨਾਂ ਨੂੰ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਆਪਣੀ ਕਿਤਾਬ ਛਾਪੀ ਹੈਗੀ, ਉਹਦੇ 'ਚ ਉਹਨਾਂ ਨੇ ਸਰੇਆਮ ਦੋਸ਼ ਲਾਇਆ ਜਸਟਿਨ ਟਰੂਡੋ ਦੇ ਉੱਤੇ ਕਿ ਇੱਕ ਸਮੇਂ ਤੇ ਮੈਨੂੰ ਇੰਝ ਲੱਗਿਆ ਕਿ ਜਸਟਿਨ ਟਰੂਡੋ ਮੇਰੇ ਕੋਲ ਝੂਠ ਬੁਲਵਾਉਣਾ ਚਾਹੁੰਦੇ ਸੀ। ਹੁਣ ਇਸ ਕਿਤਾਬ ਦਾ, ਇਸ ਸਟੇਟਮੈਂਟ ਦਾ ਕੀ ਅਸਰ ਪੈਂਦਾ ਹੈ, ਇਹ ਇੱਕ ਦੋ ਦਿਨਾਂ ਦੇ ਵਿੱਚ ਥੋੜਾ ਜਿਹਾ ਹੋਰ ਕਲੀਅਰ ਹੋਏਗਾ ਜੇਕਰ ਲੋਕਾਂ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿਆ। ਕਿਉਂਕਿ ਜਿੱਥੇ ਸਕੈਂਡਲਸ ਦੀ ਅਸੀਂ ਗੱਲ ਕਰਦੇ ਹਾਂ, SNC 11 ਸਕੈਂਡਲ ਹੋ ਜਾਏ ਜਾਂ ਵੀ ਚੈਰਿਟੀ ਸਕੈਂਡਲ ਹੋ ਜਾਏ, ਇੱਕ ਤਰ੍ਹਾਂ ਦਾ ਦਬ ਗਿਆ ਸੀ। ਪਰ ਹੁਣ ਮੁੜ ਤੋਂ SNC 11 ਦਾ ਜਿਹੜਾ ਮੁੱਦਾ ਹੈ ਇਹ ਉਭਰ ਸਕਦਾ ਹੈ ਤੇ ਜੇਕਰ ਇਹ ਗੱਲ ਹਾਵੀ ਹੋ ਗਈ ਤਾਂ ਇਹ ਜਸਟਿਨ ਟਰੂਡੋ ਨੂੰ ਕਾਫੀ ਭਾਰੀ ਪੈ ਸਕਦੀ ਹੈਗੀ। ਇਹ ਜਿਹੜਾ ਸਕੈਂਡਲ ਸੀ ਤੁਸੀਂ ਦੋਵੇਂ ਜਿਹੜੇ ਜ਼ਿਕਰ ਕੀਤੇ, ਇਹਨਾਂ ਇੱਕ ਬਲੈਕ ਫੇਸ ਦਾ ਸਕੈਂਡਲ ਹੈ। ਤਿੰਨੇ ਸਕੈਂਡਲ ਪਿਛਲੀਆਂ ਇਲੈਕਸ਼ਨ 'ਚ ਨਿਕਲ ਕੇ ਆਏ ਸੀਗੇ। ਸੋ ਇਹ ਤੁਹਾਨੂੰ ਲੱਗਦਾ ਕਿ ਇਸ ਵਕਤ ਜਿਹੜੀ ਟਾਈਮ ਤੇ ਹੁਣ ਇਹ ਕਿਤਾਬ ਕੱਢੀ ਗਈ ਆ,
ਇਹ ਖਾਸ ਤੌਰ ਤੇ ਜੇ ਤੁਸੀਂ ਕਿਹਾ ਕਿ ਪ੍ਰਭਾਵ ਦਾ ਪਤਾ ਲੱਗੇਗਾ ਹੱਲੇ, ਪਰ ਜੇ ਤਿੰਨੇ ਮੁੱਦਿਆਂ ਉੱਤੇ ਦੁਬਾਰਾ ਫਿਰ ਚਰਚਾ ਹੁੰਦੀ, ਕਿਉਂਕਿ ਦੋ ਤੇ ਆਲਰੇਡੀ ਹੋ ਰਹੀ ਆ ਤੇ ਤੀਜਾ ਵੀ ਅੱਗੇ ਆ ਜਾਂਦਾ ਤਾਂ ਫਿਰ ਨੁਕਸਾਨ ਹੋ ਸਕਦਾ। ਜੀ ਇਸ ਤਰ੍ਹਾਂ ਹੈਗਾ ਕਿ ਇਹ ਬੜਾ ਨਾ ਇੱਕ ਡਾਈਸੀ ਜਿਹਾ ਸਬਜੈਕਟ ਹੈਗਾ, ਲੋਕਾਂ ਦੀ ਇਮੋਸ਼ਨਸ। ਪਹਿਲੀ ਗੱਲ ਤਾਂ ਹੈਗੀ ਚੌਥੀ ਵੇਵ ਜਿਹੜੀ ਚੱਲ ਰਹੀ ਹੈ ਇੱਥੇ ਪੈਂਡੇਮਿਕ ਦੀ, ਕੋਵਿਡ ਕੇਸਿਸ ਸਾਰੇ ਕੈਨੇਡਾ 'ਚ ਵੱਧ ਰਹੇ ਨੇ। ਲੋਕ ਜਿਹੜੇ ਸਨ ਚਾਹੁੰਦੇ ਨਹੀਂ ਸਨ ਕਿ ਇਲੈਕਸ਼ਨਸ ਹੋਣ, ਪਰ ਜਸਟ ਕਿ ਮੈਜੋਰਿਟੀ ਲੈਣ ਵਾਸਤੇ ਜਸਟਿਨ ਟਰੂਡੋ ਨੇ ਜਿਹੜੀ ਇਲੈਕਸ਼ਨ ਅਨਾਉਂਸ ਕੀਤੀ, ਜਿਹੜਾ ਇਹ ਉਹਨਾਂ ਤੇ ਐਲੀਗੇਸ਼ਨ ਲੱਗਦਾ ਹੈਗਾ, ਇਹ ਕਈ ਲੋਕਾਂ ਦੇ ਅਨਡਿਸਾਈਡਡ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਦੇ ਮਨ ਤੇ ਗੱਲ ਬੈਠੀ ਹੋਈ ਹੈ। ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਡਵਾਂਸ ਪੋਲਿੰਗ ਵਿੱਚ ਕਾਫੀ ਸਾਰੇ ਲੋਕਾਂ ਨੇ ਜਾ ਕੇ ਵੋਟਾਂ ਪਾਈਆਂ ਨੇ, ਪਰ ਸਟਿਲ ਅਜੇ ਵੀ ਬਹੁਤ ਸਾਰੇ ਫੈਂਸ ਸੈਟਰਸ ਹੈਗੇ ਨੇ। ਦੋ ਡਿਬੇਟਾਂ ਹੋਈਆਂ, ਇੱਕ ਫ੍ਰੈਂਚ ਦੀ ਡਿਬੇਟ ਹੋਈ ਤੇ ਇੱਕ ਡਿਬੇਟ ਹੋਈ ਇੰਗਲਿਸ਼ ਦੇ ਵਿੱਚ ਹੋਈ। ਤੇ ਡਿਬੇਟਸ ਦੇ ਵਿੱਚ ਦੇਖਿਆ ਗਿਆ ਕਿ ਜਸਟਿਨ ਟਰੂਡੋ ਜਿਹੜੀ ਪਹਿਲਾਂ ਥੱਲੇ ਨੂੰ ਜਾ ਰਹੀ ਸੀ ਪਾਰਟੀ, ਥੋੜ੍ਹਾ ਜਿਹਾ ਸਟੇਬਲਾਈਜ਼ ਹੋ ਗਈ ਤੇ ਦੁਬਾਰਾ ਉਹਨਾਂ ਨੇ 2-3 ਪੁਆਇੰਟ ਵਾਪਸ ਆਪਣੀ ਸਥਿਤੀ ਜਿਹੜੀ ਮਜ਼ਬੂਤ ਕਰ ਲਈ। ਸੋ ਅਜੇ ਵੀ ਬਹੁਤ ਸਾਰੇ ਫੈਂਸ ਸੈਟਰਸ ਹੈਗੇ ਨੇ ਜਿਹੜੇ ਵੇਟ ਕਰ ਰਹੇ ਨੇ ਕਿ ਕਿਹਨੂੰ ਅਸੀਂ ਵੋਟ ਪਾਈਏ। ਐਥਿਕਸ ਦਾ, ਕ੍ਰੈਡੀਬਿਲਿਟੀ ਦਾ ਜਦੋਂ ਮੁੱਦਾ ਆ ਜਾਂਦਾ ਹੈ, ਜਿਹੜੇ ਫੈਂਸ ਸਿਟਰਸ ਹੁੰਦੇ ਨੇ ਉਹ ਕਿਸੇ ਪਾਰਟੀ ਨਾਲ ਨਹੀਂ ਹੁੰਦੇ, ਉਹ ਦੇਖਦੇ ਨੇ ਕਿ ਕਿਹੜਾ ਵਿਅਕਤੀ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲਿਜਾ ਸਕਦਾ ਹੈ। ਸੋ ਜੇਕਰ ਤਾਂ ਇਹ ਗੱਲ ਉਹਨਾਂ ਦੇ ਮਨ ਵਿੱਚ ਬੈਠ ਗਈ ਤਾਂ ਫਿਰ ਨੁਕਸਾਨ ਪਹੁੰਚ ਸਕਦਾ ਹੈ ਜਸਟਿਨ ਟਰੂਡੋ ਨੂੰ। ਨਹੀਂ ਤਾਂ ਜਸਟਿਨ ਟਰੂਡੋ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਮੇਰੇ ਖਿਆਲ ਨਾਲ ਇਹ ਦੁਬਾਰਾ ਮਿਨੋਰਿਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਣਗੇ। ਜੀ ਇੱਦਾਂ ਤੁਸੀਂ ਜ਼ਿਕਰ ਕੀਤਾ ਕਿ ਵਿਅਕਤੀ ਕਿਹੜਾ ਦੇਸ਼ ਨੂੰ ਅੱਗੇ ਲਿਜਾ ਸਕਦਾ, ਸੋ ਵਿਅਕਤੀ ਜਸਟਿਨ ਟਰੂਡੋ ਦੇ ਅੱਗੇ ਜਿਹੜੇ ਲੀਡਰ ਨੇ ਉਹਨੇ ਐਰਨ ਅਟੂਲ, ਜੋ ਇਸ ਵਕਤ ਉਹ ਪਾਰਟੀ ਜਿਹੜੀ ਦਾਅਵਾ ਕਰਦੀ ਕਿ ਸੱਤਾ 'ਚ ਆ ਸਕਦੀ ਹੈ। ਸੋ ਪਿਛਲੀ ਵਾਰ ਤੁਸੀਂ ਬੜੀ ਨੇੜਿਓਂ ਦੇਖਿਆ ਐਂਡਰੂ ਸ਼ੀਰ ਨੂੰ, ਉਹ ਲੀਡਰ ਸੀਗੇ। ਸੋ ਇਸ ਵਾਰ ਤੁਸੀਂ ਕੀ ਫਰਕ ਦੇਖਦੇ ਹੋ, ਕਿਉਂਕਿ ਐਰਨ ਅਟੂਲ ਨੂੰ ਬਹੁਤਾ ਮੌਕਾ ਨਹੀਂ ਮਿਲਿਆ, ਉਹ ਲੀਡਰ ਬਣੇ, ਕੋਵਿਡ ਚੱਲ ਰਿਹਾ ਸੀ, ਕੋਈ ਸਿਆਸਤ ਦਾ ਮੌਕਾ ਨਹੀਂ ਮਿਲਿਆ। ਸੋ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਉਮੀਦ ਨੂੰ ਬਿਹਤਰ ਪ੍ਰਦਰਸ਼ਨ ਕਰ ਰਹੇ ਨੇ ਜਾਂ ਫਿਰ ਐਂਡਰੂ ਸ਼ੀਰ ਨਾਲੋਂ ਘੱਟ ਪ੍ਰਭਾਵੀ ਨਜ਼ਰ ਆ ਰਹੇ ਨੇ? ਮੈਂ ਕਹਾਂਗਾ ਉਮੀਦ ਨਾਲੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਰਹੇ ਨੇ, ਕਿਉਂਕਿ ਜਦੋਂ ਇਹ ਇਲੈਕਸ਼ਨ ਅਨਾਉਂਸ ਹੋਈ ਉਸ ਦਿਨ ਕੰਜ਼ਰਵੇਟਿਵ ਪਾਰਟੀ 14 ਪੁਆਇੰਟ ਪਿੱਛੇ ਸੀ ਲਿਬਰਲ ਪਾਰਟੀ ਤੋਂ, ਲੇਕਿਨ ਹੌਲੀ ਹੌਲੀ ਇਹ ਜਿਹੜਾ ਫਰਕ ਸੀ ਘਟਦਾ ਗਿਆ ਤੇ ਇੱਕ ਸਮਾਂ ਆ ਗਿਆ ਕਿ ਕੰਜ਼ਰਵੇਟਿਵ ਉੱਤੇ ਵੀ ਚਲੇ ਗਏ। ਅੱਜ ਵੀ ਸਥਿਤੀ ਡੈਡ ਹੀਟ ਤੇ ਹੈਗੀ ਹੈ। ਸੋ 2-3 ਚੀਜ਼ਾਂ ਨਾਲੋਂ ਇਹ ਵੱਖਰੇ ਹੈਗੇ ਨੇ ਐਂਡਰੂ ਸ਼ੀਰ ਨਾਲੋਂ। ਇੱਕ ਤਾਂ ਇਹਨਾਂ ਦੀ ਪ੍ਰੋਗਰੈਸਿਵ ਥਾਟ ਹੈਗੀ ਹੈ, ਇਸ ਦੇ ਵਿੱਚ 2-3 ਚੀਜ਼ਾਂ ਦੇ ਉੱਤੇ ਇਹਨਾਂ ਨੇ ਜੇ ਅਹਿਮ ਕੰਮ ਕੀਤਾ ਉਹ ਸੀ ਕਲਾਈਮੇਟ ਦੇ ਉੱਤੇ। ਇਹਨਾਂ ਨੇ ਕਿਹਾ ਕਿ ਕਾਰਬਨ ਟੈਕਸ ਬਾਰੇ ਇਹਨਾਂ ਨੇ ਕਿਹਾ ਕਿ ਜੇਕਰ ਇਹ ਸਰਕਾਰ ਬਣਾਉਂਦੇ ਨੇ ਤਾਂ ਕਾਰਬਨ ਟੈਕਸ ਦਾ ਮੁੱਦਾ ਜਿਹੜਾ ਹੈ ਇਸ ਨੂੰ ਇਹ ਰੱਖਣਗੇ, ਪਰ ਇੱਕ ਵੱਖਰੇ ਤਰੀਕੇ ਨਾਲ ਇਸ ਨੂੰ ਅਡਾਪਟ ਕਰਨਗੇ। ਦੂਸਰਾ ਪ੍ਰੋ ਚੋਇਸ ਦਾ ਮੁੱਦਾ, ਕਿਹੜਾ ਅਬੋਰਸ਼ਨ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਉਹਦੇ ਉੱਤੇ ਵੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੋਚ ਉੱਪਰ ਦੱਸੀ ਲੋਕਾਂ ਨੂੰ। ਜਦਕਿ ਐਂਡਰੂ ਸ਼ੀਰ ਨੇ ਜਦੋਂ ਸੋਚ ਆਪਣੀ ਕਹੀ ਸੀ ਉਸ ਨਾਲ ਇੱਕ ਵਰਗ ਲੋਕਾਂ ਦਾ ਜਿਹੜਾ ਟੁੱਟ ਗਿਆ ਹੈਗਾ ਸੀ, ਪਰ ਇਹਨਾਂ ਦੀ ਜਿਹੜੀ ਸੋਚ ਹੈਗੀ ਇੱਕ ਵਿਕਾਸਵਾਦੀ ਸੋਚ ਹੈਗੀ, ਪ੍ਰੋਗਰੈਸਿਵ ਸੋਚ ਹੈ, ਜਿਹਦੇ ਨਾਲ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਾਲ ਜੁੜ ਰਹੇ ਨੇ। ਪਰ ਦੂਸਰੇ ਪਾਸੇ ਇੱਕ ਅਹਿਮ ਮੁੱਦਾ ਜਿਹਦੇ ਤੇ ਇਸ ਸਮੇਂ ਜੋ ਕੰਜ਼ਰਵੇਟਿਵ ਪਾਰਟੀ ਨੂੰ ਧੱਕਾ ਲੱਗ ਰਿਹਾ ਉਹ ਹੈ ਵੈਕਸੀਨਸ ਦਾ। ਇਸ ਉੱਤੇ ਐਰਨ ਅਟੂਲ ਨੇ ਓਪਨਲੀ ਜੋ ਗੱਲਬਾਤ ਕਹੀ ਹੈਗੀ ਹੈ, ਉਹ ਕਹਿੰਦੇ ਨੇ ਵੈਕਸੀਨਸ ਤਾਂ ਲੋੜ ਹੈ, ਪਰ ਉਸ ਦੇ ਨਾਲ ਨਾਲ ਇਹ ਮੈਂਡੇਟਰੀ ਕਰਨ ਦੇ ਉੱਤੇ ਆਪਣੀ ਜਿਹੜੀ ਰਾਏ ਨਹੀਂ ਪੂਰੀ ਕਰ ਰਹੇ, ਉਹਦਾ ਅਸਰ ਪੈ ਰਿਹਾ ਹੈਗਾ। ਕਿਉਂਕਿ ਜਿਸ ਤਰ੍ਹਾਂ ਪੈਂਡੇਮਿਕ ਵੱਧ ਰਿਹਾ ਹੈ, ਲੋਕ ਚਾਹੁੰਦੇ ਨੇ ਕਿ ਸਪਸ਼ਟ ਤੌਰ ਤੇ ਕੋਈ ਜਿਹੜਾ ਵੀ ਲੀਡਰ ਹੈ ਉਹ ਸਟਰੋਂਗ ਮੈਸੇਜ ਦੇਵੇ। ਉਹਦੇ ਵਿੱਚ ਥੋੜੀ ਜੀ ਜਿਹੜੀ ਇਹਨਾਂ ਵੱਲੋਂ ਸਟੇਟਮੈਂਟਸ ਦੇ ਵਿੱਚ ਓਪਨਲੀ ਨਹੀਂ ਗੱਲ ਕਹੀ ਜਾ ਰਹੀ, ਉਹਦਾ ਥੋੜਾ ਜਿਹਾ ਅਸਰ ਪੈ ਰਿਹਾ ਪਾਰਟੀ ਨੂੰ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤੋਂ ਹੋ ਰਹੇ ਨੇ। ਪਰ ਉਸ ਦੇ ਨਾਲ ਹੀ ਇੱਕ ਹੋਰ ਪ੍ਰੋਬਲਮ ਜਿਹੜੀ ਆ ਰਹੀ ਉਹ PPC ਦੀ ਹੈਗੀ ਹੈ। ਜਿਹੜੇ ਵੀ ਐਂਟੀ ਵੈਕਸੀਨੇਸ਼ਨ ਦੇ ਹੱਕ ਵਿੱਚ ਹੈਗੇ ਨੇ, ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਉਹ ਜ਼ਿਆਦਾਤਰ PPC ਵੱਲ ਝੁਕ ਰਹੇ ਨੇ। ਇਸੇ ਕਰਕੇ PPC ਦੀ ਸਪੋਰਟ ਜਿਹੜੀ ਹੈ ਉਹ 6% ਤੱਕ ਚਲੀ ਗਈ ਹੈ ਤੇ ਉਹਦੀ ਮਾਰ ਜਿਹੜੀ ਉਹ ਕੰਜ਼ਰਵੇਟਿਵ ਪਾਰਟੀ ਨੂੰ ਹੀ ਪੈਣੀ, ਕਿਉਂਕਿ ਬੇਸਿਕਲੀ ਇਹ ਜ਼ਿਆਦਾਤਰ ਕੰਜ਼ਰਵੇਟਿਵਸ ਹੀ ਹੈਗੇ ਨੇ ਜਿਹੜੇ ਕਿ ਟੁੱਟ ਕੇ PPC ਨੂੰ ਵੋਟ ਪਾਉਣਗੇ। ਇਸ ਦਾ ਮਤਲਬ ਹੈ ਕਿ ਜਿਹੜੀ ਵੋਟਾਂ ਕੰਜ਼ਰਵੇਟਿਵਸ ਨੂੰ ਜਾਣੀਆਂ ਸੀ, ਜਦੋਂ ਉਹ ਟੁੱਟਣਗੀਆਂ PPC ਨੂੰ ਜਾਣਗੀਆਂ, ਉਹਦਾ ਫਾਇਦਾ ਜਸਟਿਨ ਟਰੂਡੋ ਨੂੰ ਹੋਏਗਾ। ਜੀ, ਤੁਸੀਂ ਪੀਪਲਸ ਪਾਰਟੀ ਆਫ ਕੈਨੇਡਾ ਦੀ ਗੱਲ ਕੀਤੀ ਹੈ, ਕਿਉਂਕਿ ਜਿਹੜੇ ਉਹਨਾਂ ਲੀਡਰ ਆ, ਮਿਨਿਸਟਰ ਰਹੇ ਨੇ ਹਾਰਪਰ ਸਰਕਾਰ ਦੇ ਵਿੱਚ, ਔਰ ਲਗਭਗ ਰੇਸ ਜਿੱਤ ਚੱਲੇ ਸੀ, ਪਰ ਉਹ ਹਾਰ ਗਏ ਕੰਜ਼ਰਵੇਟਿਵ ਦੀ, ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ। ਸੋ ਉਹਨਾਂ ਦਾ ਵੋਟ ਆਧਾਰ ਅਸੀਂ ਦੇਖੀਏ ਤਾਂ ਸਰਵੇ ਦੇ ਹਿਸਾਬ ਨਾਲ ਤਾਂ ਬਲਾਕ ਕਿਊਬਕ ਨਾਲੋਂ ਵੀ ਪੂਰੇ ਕੈਨੇਡਾ 'ਚ ਉੱਪਰ ਜਾ ਰਿਹਾ। ਬਲਾਕ ਕਿਊਬਕ ਤਾਂ ਇੱਕ ਥਾਂ ਵੋਟ ਹੈ, 32 ਸੀਟਾਂ ਉਹ ਜਿੱਤਦੇ ਨੇ ਪਿਛਲੀ ਵਾਰ, ਇਸ ਵਾਰ ਵੀ ਉਮੀਦ ਹੈਗੀ ਆ। ਸੋ ਲੱਗਦਾ ਕਿ ਇਹ ਵੀ ਘੱਟੋ ਘੱਟ ਨਹੀਂ ਤਾਂ ਕਾਫੀ ਸੀਟਾਂ ਜਿਹੜੀਆਂ ਉਹ ਕੰਜ਼ਰਵੇਟਿਵ ਦੀਆਂ ਖਰਾਬ ਕਰ ਸਕਦੇ ਆ। ਬਿਲਕੁਲ, ਭਾਵੇਂ ਸੀਟ ਕੋਈ ਨਾ ਜਿੱਤਣ, ਲੇਕਿਨ ਸੀਟਾਂ ਖਰਾਬ ਬਹੁਤ ਜ਼ਿਆਦੀਆਂ ਕਰ ਸਕਦੇ ਨੇ। ਐਂਡ ਖਾਸ ਤੌਰ ਉੱਤੇ ਪੂਰੇ ਦੇਸ਼ ਭਰ ਵਿੱਚ ਜਿਹੜਾ ਹੁਣ ਮਾਹੌਲ ਬਣਦਾ ਜਾ ਰਿਹਾ ਹੈ, ਵੈਕਸੀਨੇਸ਼ਨ ਦੇ ਕਾਰਨ ਜਿਹੜੇ ਪ੍ਰੋਟੈਸਟ ਹੋ ਰਹੇ ਨੇ, ਕਿਉਂਕਿ ਬਹੁਤ ਸਾਰੀ ਥਾਵਾਂ ਦੇ ਵਿੱਚ ਵੈਕਸੀਨ ਪਾਸਪੋਰਟ ਦਾ ਜਿਹੜਾ ਜ਼ਿਕਰ ਹੋ ਰਿਹਾ ਹੈ, ਉਸ ਦੇ ਵਿੱਚ ਮੈਕਸਿਮ ਬਰਨੀਅਰ ਜਿਹੜੇ PPC ਦੇ ਨੇਤਾ ਹੈਗੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਹੱਕ ਵਿੱਚ ਨਹੀਂ ਹੈਗੇ, ਉਹ ਵੈਕਸੀਨਸ ਦੇ ਵੀ ਖਿਲਾਫ ਬੋਲ ਰਹੇ ਨੇ। ਸੋ ਉਸ ਕਰਕੇ ਇੱਕ ਸਟਰੋਂਗ ਵਰਗ ਜਿਹੜਾ ਹੈਗਾ ਲੋਕਾਂ ਤੋਂ ਨਾਲ ਜੁੜਦਾ ਜਾ ਰਿਹਾ ਤੇ ਇਹਦਾ ਬੜਾ ਮਾੜਾ ਅਸਰ ਜਿਹੜਾ ਹੈ ਉਹ ਕੰਜ਼ਰਵੇਟਿਵ ਪਾਰਟੀ ਨੂੰ ਪਏਗਾ।
ਐਂਡ ਉਸੇ ਕਰਕੇ ਮੈਂ ਜਿਹੜੀ ਗੱਲ ਕਹੀ ਕਿ ਡੈਡ ਹੀਟ ਚੱਲ ਰਹੀ ਹੈ, ਨਹੀਂ ਤਾਂ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਸੀ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾ ਜਾਂਦੀ। ਪਰ ਇਹ ਜਿਹੜਾ ਇੱਕ ਅਹਿਮ ਮੁੱਦਾ ਆ ਗਿਆ, ਇਸ ਨਾਲ ਜਿਹੜੀ ਇਹ ਸਪੋਰਟ ਬੇਸ ਜਿਹੜੀ ਹੈਗੀ ਉਹ ਕੰਜ਼ਰਵੇਟਿਵ ਪਾਰਟੀ ਉਸ ਨੂੰ ਸੱਟ ਵੱਜ ਰਹੀ ਹੈ ਤੇ ਕਾਫੀ ਸਾਰੀ ਸੀਟਾਂ ਤੇ ਸਾਨੂੰ ਨੁਕਸਾਨ ਜਿਹੜਾ ਹੈਗਾ ਇਸ ਪਾਰਟੀ ਨੂੰ ਉਠਾਉਣਾ ਪੈ ਸਕਦਾ ਜੀ। ਜਦੋਂ ਪਿਛਲੀ ਇਲੈਕਸ਼ਨ ਸੀਗੀ ਤੁਸੀਂ ਬਹੁਤ ਨੇੜੋਂ ਦੇਖਿਆ, ਜਦੋਂ ਜਸਟਿਨ ਟਰੂਡੋ ਹੋਣਾ ਨੇ ਪੂਰੇ ਕੈਨੇਡਾ ਨੂੰ ਡਗ ਫੋਰਡ ਹੋਣਾ ਦਾ ਡਰ ਦਿਖਾਇਆ ਸੀਗਾ ਕਿ ਜੇਕਰ ਤੁਸੀਂ ਐਂਡਰੂ ਸ਼ੀਰ ਨੂੰ ਜਿਤਾਉਂਦੇ ਹੋ ਤਾਂ ਇਸ ਤਰੀਕੇ ਨਾਲ ਤੁਹਾਡੀਆਂ ਸਰਵਿਸ ਕੱਟ ਹੋਣਗੀਆਂ। ਇਸ ਵਾਰ ਉਹ ਨਾਂ ਤਾਂ ਨਹੀਂ ਲੈ ਰਹੇ। ਇੱਕ ਤਾਂ ਹਾਰਪਰ ਹੋਣਾ ਦਾ ਦੌਰ ਚੇਤੇ ਕਰਾ ਰਿਹਾ ਕਿ ਟਾਰਗੇਟ ਕੰਜ਼ਰਵੇਟਿਵ ਨੇ ਉਹੀ ਸੈੱਟ ਕੀਤੇ, ਦੂਜਾ ਅਲਬਰਟਾ ਵਿੱਚ ਜੋ ਹੋ ਰਿਹਾ ਪ੍ਰੂਫ ਆਫ ਵੈਕਸੀਨੇਸ਼ਨ ਉੱਥੇ ਜੈਸਨ ਕੈਨੀ ਲਾਗੂ ਨਹੀਂ ਕਰ ਰਿਹਾ ਤੇ ਇਸ ਡਾਕਟਰ ਕਹਿ ਰਿਹਾ ਕਿ ਹਾਲਾਤ ਬਹੁਤ ਖਰਾਬ ਹੋ ਰਹੇ ਆ, ਸਥਿਤੀ ਬਾਹਰ ਹੋ ਸਕਦਾ। ਲੱਗਦਾ ਕਿ ਇਸ ਚੀਜ਼ ਦਾ ਅਸਰ ਵੀ ਸਿੱਧੇ ਤੌਰ ਤੇ ਪੈ ਸਕਦਾ ਹੈ। ਥੋੜਾ ਬਹੁਤਾ ਪ੍ਰਭਾਵ ਇਸ ਦਾ ਜ਼ਰੂਰ ਲੋਕਾਂ ਦੀ ਜਦੋਂ ਉਹਨੇ ਵੋਟਾਂ ਪਾਉਣ ਜਾਣਾ ਉਸ ਤੇ ਪਏਗਾ, ਕਿਉਂਕਿ ਹਰ ਇੱਕ ਕੋਈ ਵਿਅਕਤੀ ਜਿਹੜਾ ਇਸ ਸਮੇਂ ਘਬਰਾਇਆ ਹੈ। ਪਹਿਲੀ ਗੱਲ, ਜਿਸ ਤਰ੍ਹਾਂ ਕੋਈ ਵੀ ਨਹੀਂ ਚਾਹੁੰਦਾ ਸੀ ਕਿ ਇਲੈਕਸ਼ਨ ਹੋਵੇ, ਪਰ ਹੁਣ ਇਲੈਕਸ਼ਨਸ ਅਨਾਉਂਸ ਹੋ ਗਈਆਂ ਨੇ ਤੇ ਜਿਸ ਨੇ ਵੀ ਵੋਟ ਪਾਉਣ ਜਾਣਾ ਹੈ ਉਹ ਚਾਹੁੰਦਾ ਇੱਕ ਸੁਰੱਖਿਅਤ ਮਾਹੌਲ। ਤੇ ਸੁਰੱਖਿਅਤ ਮਾਹੌਲ ਲਈ ਜਿਸ ਤਰ੍ਹਾਂ ਸਾਇੰਟਿਸਟ ਨੇ, ਡਾਕਟਰਸ ਨੇ ਕਿਹਾ ਹੈ ਕਿ ਇਹ ਵੈਕਸੀਨੇਸ਼ਨ ਹੀ ਇੱਕ ਤਰੀਕਾ ਹੈ ਜਿਸ ਨਾਲ ਕਿ ਅਸੀਂ ਹਰਡ ਇਮਿਊਨਿਟੀ ਬਣਾ ਸਕਨੇ ਹਾਂ। ਸੋ ਇਸ ਕਰਕੇ ਇਹ ਓਪਨਲੀ ਤਾਂ ਨਹੀਂ ਕਹਿ ਰਹੇ, ਲੇਕਿਨ ਜਸਟਿਨ ਟਰੂਡੋ ਬਾਰ-ਬਾਰ ਹੁਣ ਜਿਹੜੀਆਂ ਐਡਸ ਵੀ ਇਹਨਾਂ ਦੀ ਆ ਰਹੀਆਂ ਨੇ, ਖਾਸ ਤੌਰ ਤੇ ਐਥਨਿਕ ਮੀਡੀਆ ਦੇ ਵਿੱਚ, ਉਹਦੇ 'ਚ ਇਹੀ ਚੀਜ਼ ਤੇ ਫੋਕਸ ਕਰ ਰਹੇ ਨੇ ਕਿ ਐਰਨ ਓਟੂਲ ਸਪਸ਼ਟ ਤੌਰ ਤੇ ਗੱਲ ਨਹੀਂ ਕਰ ਰਹੇ ਵੈਕਸੀਨੇਸ਼ਨਸ ਬਾਰੇ। ਸੋ ਇਹਦਾ ਅਸਰ ਡੈਫੀਨਿਟਲੀ ਕੁਝ ਨਾ ਕੁਝ ਜ਼ਰੂਰ ਪਏਗਾ। ਪਰ ਨਾਲ ਹੀ ਜਿੱਥੇ ਅਸੀਂ ਐਥਨਿਕ ਆਪਣੀ ਗੱਲ ਕਰਦੇ ਹਾਂ, ਆਪਣੇ ਭਾਈਚਾਰੇ ਦੀ ਗੱਲ ਕਰਨੇ ਆ, ਗ੍ਰੇਟਰ ਟੋਰਾਂਟੋ ਏਰੀਆ ਜਾਂ ਵੈਨਕੂਵਰ ਦਾ ਜਿਹੜਾ ਇਲਾਕਾ ਹੈਗਾ ਇਹ ਬੜਾ ਅਹਿਮ ਹੈਗਾ, ਜਿਹੜਾ ਡਿਸਾਈਡ ਕਰੇਗਾ ਕਿਸ ਪਾਸੇ ਨੂੰ ਕਿਹੜੀ ਪਾਰਟੀ ਜਿਹੜੀ ਹੈ ਵੋਟ ਪਾਉਂਦੀ ਹੈ। ਸੋ ਆਪਣੀ ਕਮਿਊਨਿਟੀ ਦੇ ਵਿੱਚ ਇਹ ਮੁੱਦੇ ਇੰਨੇ ਸਟਰੋਂਗ ਨਹੀਂ ਹੈਗੇ, ਜਦਕਿ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਹੈ ਉਹ ਬਹੁਤ ਸਟਰੋਂਗ ਹੈਗਾ। ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਨੂੰ ਅਕਸਰ ਲੋਕਾਂ ਨੂੰ ਡਰ ਹੁੰਦਾ, ਖਾਸ ਕਰਕੇ ਮੇਰੀ ਕਮਿਊਨਿਟੀ, ਉਹ ਕਹਿੰਦੇ ਵੀ ਇਹ ਸਖਤ ਹੋ ਜਾਣਗੇ, ਹੋ ਸਕਦਾ ਉਹਨਾਂ ਦੇ ਪਰਿਵਾਰ ਨਾ ਆ ਸਕਣ। ਤਾਂ ਲੱਗਦਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ, ਕਲਾਈਮੇਟ ਨੂੰ ਚੇਂਜ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਕਾਫੀ ਚੀਜ਼ਾਂ ਤੇ ਜਿਹੜਾ ਉਹ ਆਪਣੇ ਬਦਲ ਰਹੀ ਆ ਪਹਿਲਾਂ ਨਾਲੋਂ, ਤਾਂ ਕਿ ਲੋਕ ਉਹਨਾਂ ਨਾਲ ਜੁੜਨ। ਕੰਜ਼ਰਵੇਟਿਵ ਪਾਰਟੀ ਦੇ ਪਹਿਲਾਂ ਵੀ ਇੱਕ ਤਰ੍ਹਾਂ ਦਾ ਨਾ ਇੱਕ ਮਿਸਕਨਸੈਪਸ਼ਨ ਜੀ ਕ੍ਰੀਏਟ ਕੀਤੀ ਗਈ। ਲਿਬਰਲ ਪਾਰਟੀ ਬੜੀ ਕਾਮਯਾਬ ਰਹੀ ਇਸ ਵਿੱਚ ਲੋਕਾਂ ਦੇ ਵਿੱਚ ਬਿਠਾਉਣ ਲਈ ਕਿ ਕੰਜ਼ਰਵੇਟਿਵ ਪਾਰਟੀ ਐਂਟੀ ਇਮੀਗ੍ਰੈਂਟਸ ਹੈ। ਐਂਡ ਖਾਸ ਤੌਰ 'ਤੇ ਜਦੋਂ ਹਾਰਪਰ ਸਰਕਾਰ ਐਂਡ ਪੀਰੀਅਡ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀਆਂ ਸੀ 2-3 ਸਕੀਮਸ, ਜਿਹਦੇ ਵਿੱਚ ਕਿ ਇੱਕ ਸੀ ਨਕਾਬ ਪਾਉਣ ਨੂੰ ਅਲਾਉ ਨਹੀਂ, ਉਹਨਾਂ ਨੇ ਕਿਹਾ ਸੀ ਜਦੋਂ ਤੁਸੀਂ ਲੈਂਦੇ ਹੋ ਓਥ ਲੈਂਦੇ ਹੋ ਸਿਟੀਜ਼ਨਸ਼ਿਪ ਦੀ, ਤੇ ਦੂਸਰਾ ਉਹਨਾਂ ਨੇ ਇੱਕ ਬਿੱਲ ਪਾਸ ਕੀਤਾ ਸੀ ਜਿਹਦੇ ਵਿੱਚ ਕਿ 3-4 ਅਹਿਮ ਮੁੱਦੇ ਸੀ। ਉਹ ਭਾਵੇਂ ਦੇਸ਼ ਲਈ ਤਾਂ ਬਿਹਤਰ ਸੀ, ਪਰ ਇੱਕ ਲੋਕਾਂ ਦੇ ਮਨ 'ਚ ਗੱਲ ਬੈਠ ਗਈ ਕਿ ਇਹ ਪਾਰਟੀ ਸਾਡੇ ਖਿਲਾਫ ਹੈਗੀ ਹੈ। ਸੋ ਹੌਲੀ ਹੌਲੀ ਉਹ ਗੱਲ ਖਤਮ ਹੋ ਰਹੀ ਹੈਗੀ ਹੈ। ਐਰਨ ਓਟੂਲ ਨੇ ਓਪਨਲੀ ਕਿਹਾ ਹੈਗਾ ਕਿ ਜਿੰਨੇ ਵੀ ਟਾਰਗੇਟਸ ਹੈਗੇ ਨੇ ਉੱਥੇ ਰਹਿਣਗੇ, ਲੇਕਿਨ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਰਿਫਾਰਮ ਲਿਆਵਾਂਗੇ। ਇਸ ਸਮੇਂ ਜਿਸ ਤਰ੍ਹਾਂ ਇਮੀਗ੍ਰੇਸ਼ਨ ਦੇ ਵਿੱਚ ਧਾਂਦਲੇਬਾਜ਼ੀ ਜੋ ਚੱਲ ਰਹੀ ਹੈ, ਇੰਟਰਨੈਸ਼ਨਲ ਸਟੂਡੈਂਟਸ ਦਾ ਅਬਿਊਜ਼ ਹੋ ਰਿਹਾ ਹੈ, ਜਿਸ ਤਰ੍ਹਾਂ ਵਰਕ ਪਰਮਿਟਸ ਸੇਲ ਹੋ ਰਹੀਆਂ ਨੇ, LMIA ਦੀ ਇੱਕ ਦੁਕਾਨ ਲੱਗੀ ਹੋਈ ਹੈ। ਐਰਨ ਓਟੂਲ ਨੇ ਕਿਹਾ ਕਿ ਅਸੀਂ ਇਸ ਨੂੰ ਖਤਮ ਕਰਕੇ, ਪਰ ਅਸੀਂ ਟਾਰਗੇਟਸ ਉਹੀ ਰੱਖਾਂਗੇ, ਜਿਹੜੇ 4 ਲੱਖ ਬੰਦੇ ਆਣੇ ਨੇ ਉਨੇ ਹੀ ਆਣਗੇ, ਪਰ ਅਸੀਂ ਰਿਫਾਰਮ ਕਰਾਂਗੇ ਤਾਂ ਕਿ ਇਹ ਜਿਹੜਾ ਅਬਿਊਜ਼ ਹੋ ਰਿਹਾ ਸਿਸਟਮ ਦਾ ਇਹ ਨਾ ਹੋਵੇ। ਸੋ ਇਹ ਗੱਲ ਜਿਹੜੀ ਹੈਗੀ ਹੈ ਲੋਕਾਂ ਨੂੰ ਪਸੰਦ ਆ ਰਹੀ, ਜਿਹੜੇ ਪ੍ਰੋਗਰੈਸਿਵ ਸੋਚ ਰੱਖਦੇ ਨੇ ਕਿ ਸਾਨੂੰ ਇਸ ਦੇਸ਼ ਦੇ ਵਿੱਚ ਜੇਕਰ ਅਸੀਂ ਕਿਸੇ ਨੂੰ ਲਿਆਉਂਦੇ ਹਾਂ ਤਾਂ ਉਹਨਾਂ ਵਾਸਤੇ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਨਾਲ ਜੋ ਅਬਿਊਜ਼ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਸੋ ਆਈ ਥਿੰਕ ਇਹਦਾ ਇੰਪੈਕਟ ਕੁਛ ਨਾ ਕੁਛ ਜ਼ਰੂਰ ਪਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਦੋਂ ਵੋਟਾਂ ਪਾਉਣਗੇ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇਣਗੇ। ਜੀ, ਤੁਸੀਂ ਕਿਹਾ ਕਿ ਗ੍ਰੇਟਰ ਟੋਰਾਂਟੋ ਅਤੇ ਵੈਨਕੂਵਰ ਦੇ ਏਰੀਏ ਜਿਹੜੇ ਆ ਬਹੁਤ ਮਹੱਤਵਪੂਰਨ। ਸੋ ਇਹਦੇ ਨਾਲ ਇਸ ਵਕਤ ਇਹ ਵੀ ਦੇਖਿਆ ਗਿਆ ਕਿ ਸਭ ਤੋਂ ਵੱਧ ਜ਼ੋਰ ਜਿਹੜਾ ਲਾਇਆ ਗਿਆ ਇਸ ਵਕਤ ਲੀਡਰਾਂ ਵੱਲੋਂ ਅੰਟਾਰੀਓ ਤੇ ਕਿਊਬਕ ਉੱਤੇ। ਹਾਲਾਂਕਿ NDP ਨੂੰ ਬਹੁਤਾ ਕੁਝ ਉੱਥੋਂ ਕਿਊਬਕ ਚੋਂ ਨਹੀਂ ਮਿਲਦਾ, ਪਰ ਉੱਥੇ ਇੱਕ ਜਗਮੀਤ ਸਿੰਘ ਨੇ ਕਾਫੀ ਜ਼ੋਰ ਲਾਇਆ। ਸੋ ਕੀ ਲੱਗਦਾ ਕਿ ਜਿਹੜੇ ਇਹ 2 ਸੂਬੇ ਆ, ਕਿਊਬਕ ਦੇ ਖਾਸ ਕਰ ਪ੍ਰੀਮੀਅਰ ਕਹਿ ਵੀ ਰਿਹਾ ਕਿ ਕੰਜ਼ਰਵੇਟਿਵ ਸਾਡੇ ਲਈ ਠੀਕ ਆ, ਕਿ ਉਹਨਾਂ ਨੂੰ ਫਾਇਦਾ ਕਰੂਗਾ, ਨੁਕਸਾਨ ਕਰੂਗਾ, ਔਰ ਅੰਟਾਰੀਓ ਦੇ ਇਸ ਵਕਤ ਕੀ ਹਾਲਾਤ ਨੇ? ਓਨਟਾਰੀਓ ਵਿੱਚ ਤੇ ਕਿਊਬੈਕ, ਪਹਿਲਾਂ ਕਿਊਬੈਕ ਦੀ ਅਸੀਂ ਗੱਲ ਕਰ ਲਈ। ਕਿਊਬੈਕ ਦੇ ਵਿੱਚ ਇੱਕ ਵੱਖਰੀ ਸੋਚ ਹੈਗੀ, ਉੱਥੇ ਇੱਕ ਬਲਾਕ ਕਿਊਬੈਕਵਾ ਜਿਹੜੀ ਬੜੀ ਸਟਰੋਂਗ ਹੈਗੀ ਹੈ ਅਤੇ NDP ਕੋਈ ਬਹੁਤਾ ਉੱਥੇ ਪ੍ਰਭਾਵ ਪਾ ਨਹੀਂ ਸਕੇਗੀ। ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਕੰਜ਼ਰਵੇਟਿਵ ਪਾਰਟੀ ਨੂੰ ਸਮਝਦੇ ਹਾਂ ਕਿ ਸਾਡੇ ਵਾਸਤੇ ਬਿਹਤਰ ਹੋਏਗੀ, ਉਹਨਾਂ ਵਾਸਤੇ ਤਾਂ ਕੋਈ ਨੁਕਸਾਨ ਨਹੀਂ ਹੋਏਗਾ ਉਸਦਾ ਉਹ ਕਿਊਬੈਕ ਦੇ ਵਿੱਚ। ਲੇਕਿਨ ਜਦੋਂ ਅਸੀਂ ਓਨਟਾਰੀਓ ਦੀ ਗੱਲ ਕਰਦੇ ਹਾਂ, ਓਨਟਾਰੀਓ ਦੇ ਵਿੱਚ ਵੀ ਜਿਸ ਤਰ੍ਹਾਂ ਗ੍ਰੇਟਰ ਟੋਰਾਂਟੋ ਏਰੀਆ ਦਾ ਇਲਾਕਾ ਹੈ ਜਿੱਥੇ ਕਿ ਰੈੱਡ ਵੇਵ ਰਹੀ ਪਹਿਲਾਂ ਵੀ, ਕਿ ਟਰੂਡੋ ਦੇ ਨੁਮਾਇੰਦੇ ਜਿਹੜੇ ਉੱਥੋਂ ਜਿੱਤੇ, ਇਸ ਵਾਰ ਵੀ ਮੈਨੂੰ ਲੱਗਦਾ ਕਿ ਉੱਥੇ ਜ਼ਿਆਦਾਤਰ ਟਰੂਡੋ ਦੇ ਹੀ ਨੁਮਾਇੰਦੇ ਰਹਿਣਗੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਨੂੰ ਐਰਨ ਓਟੂਲ ਨੂੰ ਇੱਕ ਤਾਂ ਇੰਨਾ ਸਮਾਂ ਨਹੀਂ ਮਿਲਿਆ ਕਿ ਉਹ ਲੋਕਾਂ ਤੱਕ ਪਹੁੰਚ ਕਰ ਸਕਦੇ ਜਿੰਨਾ ਇਹ ਪਿਛਲੇ 30 ਦਿਨਾਂ ਵਿੱਚ ਕੈਂਪੇਨਿੰਗ ਵਿੱਚੋਂ ਕਰ ਸਕੇ। ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਹੈ, ਪਰ ਇੰਨਾ ਸਟਰੋਂਗਲੀ ਅਜੇ ਉਹ ਬੇਸ ਵੱਲ ਪਹੁੰਚ ਨਹੀਂ ਸਕੇ। ਸੋ ਇਸ ਕਰਕੇ ਜ਼ਿਆਦਾਤਰ ਜਿਹੜੀਆਂ ਸੀਟਾਂ ਨੇ ਮੈਨੂੰ ਲੱਗਦਾ ਹੈ ਕਿ ਕੁਝ 1-2 ਨੂੰ ਛੱਡ ਕੇ ਜ਼ਿਆਦਾਤਰ ਟਰੂਡੋ ਸਾਹਿਬ ਵੱਲ ਹੀ ਜਾਣਗੀਆਂ। ਜਦਕਿ ਅਸੀਂ ਜੇਕਰ ਵੈਨਕੂਵਰ ਇਲਾਕੇ ਦੀ ਵੀ ਗੱਲ ਕਰ ਲਈਏ ਤਾਂ ਸਰੀ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਜਿੱਥੇ ਆਪਣੀ ਪਕੜ ਹੈਗੀ ਉੱਥੇ ਵਿੱਚ ਵੀ
ਸੇਮ ਹੀ ਸਿਚੁਏਸ਼ਨ ਰਹੇਗੀ। ਜੀ। ਸ਼ਾਇਦ ਇੱਕ ਸੀਟ ਜਾਂ ਦੋ ਸੀਟਸ ਵੱਧ ਟਰੂਡੋ ਹੋਰ ਲੈ ਜਾਣ, ਜਿਹੜੀ ਪਹਿਲਾਂ ਕੰਜ਼ਰਵੇਟਿਵ ਹੈਗੀਆਂ ਸੀ। ਜੀ। ਸੋ ਓਵਰਆਲ ਜਿਹੜਾ ਹੈਗਾ ਆਪਣੀ ਕਮਿਊਨਿਟੀ ਚੋਂ ਮੈਂ ਸਮਝਣਾ ਕਿ ਜ਼ਿਆਦਾਤਰ ਵੋਟਾਂ ਜਿਹੜੀਆਂ ਨੇ ਉਹ ਟਰੂਡੋ ਸਾਹਿਬ ਨੂੰ ਹੀ ਜਾਣਗੇ। ਜੀ, ਆਪਾਂ ਗੱਲ ਥੋੜੀ ਐਨਡੀਪੀ ਦੀ ਵੀ ਕਰ ਲੈਂਦੇ ਹਾਂ, ਕਿਉਂਕਿ ਆਪਣੇ ਦਰਸ਼ਕ ਜਗਮੀਤ ਸਿੰਘ ਹੁਣਾਂ ਬਾਰੇ ਜਿਹੜੇ ਉਹ ਸੁਣਨ ਲਈ ਕਾਫੀ ਦਿਲਚਸਪ ਰਹਿੰਦੇ ਆ। ਸੋ ਇਸ ਵਾਰ ਵੀ ਕੀ ਭੂਮਿਕਾ ਰਹੇਗੀ? ਕਿ ਇਹ ਵੀ ਕਿਹਾ ਜਾ ਰਿਹਾ ਪਿਛਲੇ ਦਿਨਾਂ ਤੋਂ ਕਿ ਜਿਹੜਾ ਐਨਡੀਪੀ ਨੂੰ ਜਿਹੜੀ ਸਪੋਰਟ ਵਧੀ ਸੀ, ਉਹ ਹੁਣ ਵੋਟਰ ਖਿੱਸ ਕੇ ਦੁਬਾਰਾ ਲਿਬਰਲ ਵੱਲ ਜਾ ਰਿਹਾ। ਐਨਡੀਪੀ ਦੀ ਕੀ ਭੂਮਿਕਾ ਦੇਖਦੇ ਹੋ ਕਿ ਜਗਮੀਤ ਸਿੰਘ ਐਕਟ ਵੀ ਕਿੰਗ ਮੇਕਰ ਬਣਨਗੇ? ਐਨਡੀਪੀ ਦੀ ਜਿਹੜੇ ਖਾਸ ਤੌਰ ਤੇ 2 ਦਿਨ ਪਹਿਲਾਂ ਜਦੋਂ ਜਗਮੀਤ ਸਿੰਘ ਨੇ ਅਨਾਉਂਸ ਕੀਤਾ ਕਿ ਸਾਡਾ ਜਿਹੜਾ ਅਸੀਂ ਪਲੇਟਫਾਰਮ ਰਿਲੀਜ਼ ਕੀਤਾ ਉਸ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ, ਉਸ ਤੋਂ ਬਾਅਦ ਕੁਝ ਲੋਕ ਟੁੱਟੇ, ਕਿਉਂਕਿ ਸਿਰਫ ਇਹ ਕਹਿ ਦੇਣਾ ਹਰ ਇੱਕ ਚੀਜ਼ ਲੋਕਾਂ ਨੂੰ ਮੁਫਤ 'ਚ ਦਿੱਤੀ ਜਾਵੇ, ਇਹ ਸਾਰੇ ਲੋਕ ਵੀ ਐਕਸੈਪਟ ਨਹੀਂ ਕਰਦੇ। ਇਸ ਕਰਕੇ ਥੋੜਾ ਜਿਹਾ ਨੁਕਸਾਨ ਜੋ ਐਨਡੀਪੀ ਨੂੰ ਇਸਦਾ ਹੋਇਆ ਹੈ, ਪਰ ਡੈਫੀਨੇਟਲੀ ਕਿੰਗ ਮੇਕਰ ਮੈਂ ਕਹਾਂਗਾ ਰਹਿਣਗੇ, ਕਿਉਂਕਿ ਜਦੋਂ ਪਾਰਲੀਮੈਂਟ ਵਿੱਚ ਜੇ ਸਪੋਜ਼ 135 ਸੀਟਾਂ ਕੰਜ਼ਰਵੇਟਿਵਸ ਦੀਆਂ ਆਉਂਦੀਆਂ ਨੇ, 140 ਲਿਬਰਲਸ ਦੀਆਂ ਆ ਜਾਂਦੀਆਂ ਨੇ, ਦੂਸਰੇ ਪਾਸੇ ਸਪੋਰਟ ਜਿਹੜੀ ਹੈਗੀ ਇੱਕ ਬਲਾਕ ਕੇ ਬਕਵਾ ਕਰ ਦਿੰਦਾ ਹੈ ਕੰਜ਼ਰਵੇਟਿਵ ਨੂੰ, ਤੇ ਐਨਡੀਪੀ ਤਾਂ ਆਫ ਕੋਰਸ ਕਰੇਗਾ ਲਿਬਰਲਸ ਨੂੰ ਹੀ। ਸੋ ਇੱਕ ਤਰ੍ਹਾਂ ਦਾ ਇਹ ਸਟਰੋਂਗ ਆਪਣਾ ਕਿੰਗ ਮੇਕਰ ਹੀ ਰਹਿਣਗੇ। ਅਤੇ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਜੀ ਅਸੀਂ ਅਪੋਜ਼ ਤਾਂ ਹਰ ਇੱਕ ਪਾਲਿਸੀ ਕਰਦੇ ਨੇ ਟਰੂਡੋ ਦੀ, ਹੁਣ ਵੀ ਜਦੋਂ ਤੁਸੀਂ ਦੇਖਦੇ ਹੋ ਇਹ ਕੰਜ਼ਰਵੇਟਿਵ ਲੀਡਰ ਨੂੰ ਅਟੈਕ ਨਹੀਂ ਬਹੁਤਾ ਕਰ ਰਹੇ। ਈਵਨ ਡਿਬੇਟਸ ਵਿੱਚ ਵੀ ਅਸੀਂ ਦੇਖਿਆ ਕਿ ਜ਼ਿਆਦਾਤਰ ਤੂੰ ਮੈਂ ਜਸਟਿਨ ਟਰੂਡੋ ਨਾਲ ਹੀ ਹੋਈ, ਜਿਹੜੀ ਉਹਨਾਂ ਦੀ ਪਾਲਿਸੀਜ਼ ਨੇ। ਲੇਕਿਨ ਜਿੱਥੇ ਸਪੋਰਟ ਦੀ ਗੱਲ ਆਉਂਦੀ ਹੈਗੀ ਹੈ, ਉਹਦੇ ਵਿੱਚ ਇਹ ਐਨਡੀਪੀ ਲਿਬਰਲਸ ਨੂੰ ਸਪੋਰਟ ਕਰੇਗੀ, ਕੰਜ਼ਰਵੇਟਿਵ ਨੂੰ ਸਪੋਰਟ ਕਰੇਗੀ। ਪਿਛਲੀ ਇਲੈਕਸ਼ਨ 'ਚ ਜਗਮੀਤ ਸਿੰਘ ਨੇ ਕਹਿਤਾ ਸੀ ਉਹ ਕਿਸੇ ਵੀ ਹਾਲਾਤ ਦੇ ਵਿੱਚ ਐਂਡਰੂ ਸ਼ੀਰ ਜਾਂ ਕੰਜ਼ਰਵੇਟਿਵ ਨਾਲ ਕੰਮ ਨਹੀਂ ਕਰਨਗੇ, ਬੈਠਣਾ ਪਸੰਦ ਨਹੀਂ ਕਰਨਗੇ। ਤਾਂ ਲੱਗਦਾ ਕਿ ਵਿਅਕਤੀ ਉਹ ਧੱਬਾ ਧੋਣ ਦੀ ਕੋਸ਼ਿਸ਼ ਕਰ ਰਿਹਾ ਵੀ ਲੋਕ ਇਹ ਸਮਝਦੇ ਆ ਕਿ ਐਨਡੀਪੀ ਜਾਂ ਲਿਬਰਲ ਨੂੰ ਵੋਟ ਪਾਓ, ਇੱਕੋ ਹੀ ਗੱਲ ਆ। ਸੋ ਉਹ ਫਿਰ ਐਨਡੀਪੀ ਦੀ ਵੋਟ ਘਟ ਜਾਂਦੀ, ਲਿਬਰਲ ਨੂੰ ਚਲ ਜਾਂਦੀ। ਸੋ ਵਿਅਕਤੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਉਸ ਚੀਜ਼ ਨੂੰ ਧੋਣ ਦੇ ਲਈ, ਪਰ ਲੱਗਦਾ ਕਿ ਕਾਮਯਾਬ ਨਹੀਂ ਹੋ ਰਿਹਾ। ਬਿਲਕੁਲ ਸਹੀ ਕਿਹਾ ਤੁਸੀਂ। ਲੋਕਾਂ ਦੇ ਵਿੱਚ ਉਹੀ ਗੱਲ ਬੈਠੀ ਹੋਈ ਹੈ ਕਿ ਐਨਡੀਪੀ ਨੂੰ ਵੋਟ ਪਾਉਣਾ ਇੱਕ ਤਰ੍ਹਾਂ ਦਾ ਵੇਸਟ ਜਾਏਗਾ, ਇਸ ਨਾਲੋਂ ਬਿਹਤਰ ਹੈ ਕਿ ਅਸੀਂ ਉਹੀ ਵੋਟ ਜਿਹੜੀ ਹੈ ਉਹ ਲਿਬਰਲਸ ਨੂੰ ਪਾ ਦਈਏ। ਸੋ ਐਨਡੀਪੀ ਦੀ ਜਿਹੜੀ ਸਟਰੋਂਗ ਬੇਸਿਸ ਨੇ ਉਸ ਤੋਂ ਤਾਂ ਆਫ ਕੋਰਸ ਉਹਨਾਂ ਨੇ ਜਿੱਤਣਾ ਹੀ ਜਿੱਤਣਾ ਹੈ। ਪਰ ਜਿਹੜਾ ਇੱਕ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਪਪੂਲੈਰਿਟੀ ਵਧ ਰਹੀ ਸੀ ਐਨਡੀਪੀ ਦੀ, ਜਗਮੀਤ ਸਿੰਘ ਦੀ, ਉਹ ਉਤੋਂ ਵੋਟਸ ਨੂੰ ਟਰਾਂਸਲੇਟ ਕਰਕੇ ਸੀਟਾਂ ਵਿੱਚ ਟਰਨ ਕਰਨਗੇ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਕਰ ਸਕਣਗੇ। ਇਹਨਾਂ ਦਾ ਉਹੀ ਬਰਾਬਰ ਹੀ ਰਹੇਗਾ, 1-2 ਸੀਟਾਂ ਦਾ ਹੀ ਫਰਕ ਪਏਗਾ ਜੀ। ਪਰ ਇਹਦਾ ਕੀ ਕਾਰਨ ਹੈ ਕਿ ਐਨਡੀਪੀ ਪਾਰਟੀ ਦੇ ਬਾਰੇ ਇਹੋ ਜਿਹੀ ਕਿਹੜੀ ਲੋਕਾਂ ਦੇ ਵਿੱਚ ਭਾਵਨਾ ਹੈ? ਕਿਉਂਕਿ ਜਗਮੀਤ ਸਿੰਘ ਦੇ ਅਸੀਂ ਦੇਖੀਏ ਤਾਂ ਇੱਕ ਸਰਵੇ ਵਿੱਚ ਤਾਂ ਟਰੂਡੋ ਨੂੰ ਵੀ ਅੱਗੇ ਲੰਘ ਗਏ ਸੀਗੇ ਪ੍ਰਧਾਨ ਮੰਤਰੀ ਪਸੰਦ ਦਾ ਮਾਮਲੇ 'ਚ, ਪਰ ਜਦੋਂ ਐਨਡੀਪੀ ਦੀ ਗੱਲ ਆਉਂਦੀ ਪਾਰਟੀ 'ਚ ਤਾਂ ਉਹ ਫਿਰ ਉਸੇ ਥਾਂ ਤੇ ਲਗਭਗ ਜਿੱਥੇ ਕਿ ਪਿਛਲੀ ਵਾਰ ਨਾਲੋਂ ਥੋੜਾ ਜਿਹਾ ਅੱਗੇ ਵਧੇ, ਉਹ 2-3% ਹੀ, ਤਕਰੀਬਨ 10 ਸੀਟਾਂ ਦਾ ਹੋ ਸਕਦਾ ਵੱਧ ਵੀ ਜਾਣ, ਤਾਂ ਉਹ ਤੋਂ 2-4 ਸੀਟਾਂ ਵੱਧ ਸਕਦੀਆਂ ਨੇ। ਪਰ ਇਹ ਚੱਕਰ ਕੀ ਹੈ ਕਿ ਐਨਡੀਪੀ ਨੂੰ ਉਸ ਤਰੀਕੇ ਨਾਲ ਸਮਰਥਨ ਨਹੀਂ ਮਿਲਦਾ, ਜਦਕਿ ਉਹਨਾਂ ਦੇ ਲੀਡਰ ਨੂੰ ਮਿਲ ਰਿਹਾ। ਐਨਡੀਪੀ ਦੀ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ ਉਸ ਨਾਲ ਜਿਹੜੇ ਕੈਨੇਡੀਅਨਸ ਨੇ ਨਾ ਜੀ, ਕੈਨੇਡੀਅਨਸ ਵੱਖਰੇ ਵੱਖਰੇ ਖੇਤਰਾਂ ਤੋਂ ਜਿਹੜੇ ਆਏ ਹੋਏ ਨੇ, ਹਰ ਇੱਕ ਕੋਈ ਇੱਥੇ ਮਿਹਨਤ ਕਰਦਾ ਹੈ, ਕਮਾਉਂਦਾ ਹੈ, ਉਸ ਤੋਂ ਬਾਅਦ ਟੈਕਸਸ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਦੇਸ਼ ਦਾ ਵਿਕਾਸ ਹੋਵੇ। ਜਿਹੜਾ ਵੈਲਫੇਅਰ ਸੇਵ ਦਾ ਕਨਸੈਪਟ ਹੈਗਾ ਹੈ, ਬਹੁਤ ਵਧੀਆ ਹੈ ਕਿ ਜਿਹਨੂੰ ਲੋੜ ਹੈਗੀ ਉਸ ਨੂੰ ਤਾਂ ਮਦਦ ਦਿੱਤੀ ਜਾਵੇ। ਲੇਕਿਨ ਅਜਾਏ ਹੀ ਹਰ ਇੱਕ ਚੀਜ਼ ਦੇ ਵਿੱਚ ਜਦੋਂ ਗੱਲ ਲਿਆਈ ਜਾਏ ਕਿ ਸਿਰਫ ਫੋਕਸ ਕੀਤਾ ਜਾ ਰਿਹਾ ਜਗਮੀਤ ਸਿੰਘ ਵੱਲੋਂ ਕਿ ਜਿਹੜੇ ਬਹੁਤ ਅਮੀਰ ਨੇ ਉਹਨਾਂ ਨੂੰ ਤੁਸੀਂ ਟਾਰਗੇਟ ਕਰੀ ਜਾਓ, ਇਹ ਅਸੀਂ ਭੁੱਲ ਜਾਂਦੇ ਕਿ ਇਹੀ ਅਮੀਰ ਜਿਹੜੇ ਨੇ ਫੈਕਟਰੀਆਂ ਲਾਉਂਦੇ ਨੇ, ਇਹੀ ਅਮੀਰ ਦੇ ਕਾਰਨ ਨੌਕਰੀਆਂ ਕ੍ਰੀਏਟ ਹੁੰਦੀਆਂ ਨੇ। ਜਦੋਂ ਨੌਕਰੀਆਂ ਨਹੀਂ ਕ੍ਰੀਏਟ ਹੋਣਗੀਆਂ ਤਾਂ ਫਿਰ ਆਮ ਬੰਦਾ ਵੈਲਫੇਅਰ 'ਤੇ ਹੀ ਜਾਏਗਾ। ਸੋ ਉਹ ਕਨਸੈਪਟ ਜਿਹੜਾ ਆਮ ਜਨਤਾ ਦੇ ਵਿੱਚ ਉਹ ਬਹੁਤਾ ਡੀਪ ਡਾਊਨ ਇਫੈਕਟ ਨਹੀਂ ਕਰਦਾ ਹੈਗਾ। ਬਿਲਕੁਲ ਫੇਅਰ ਸ਼ੇਅਰ ਆਫ ਟੈਕਸਿਸ ਹੋਣਾ ਚਾਹੀਦਾ ਹੈ ਜਿਹੜਾ ਕਰ ਰਿਹਾ ਹੈ, ਲੇਕਿਨ ਉਸ ਦੇ ਨਾਲ ਅਸੀਂ ਇਹ ਨਾ ਭੁੱਲੀਏ ਕਿ ਜੇ ਕੈਨੇਡਾ ਵਿੱਚ ਵਿਕਸਿਤ ਅਸੀਂ ਇਸ ਦੇਸ਼ ਨੂੰ ਕਰਨਾ ਹੈ ਤਾਂ ਸਾਨੂੰ ਲੋੜ ਹੈਗੀ ਹੈ ਕਾਰਪੋਰੇਟਸ ਦੀ ਜਿਹੜੇ ਕਿ ਇੱਥੇ ਰਹਿਣ। ਜੇਕਰ ਅਸੀਂ ਉਹਨਾਂ ਨੂੰ ਬੈਨੀਫਿਟਸ ਨਹੀਂ ਦਿੰਦੇ ਤਾਂ ਉਹ ਬਾਹਰਲੇ ਮੁਲਕਾਂ ਚਲੇ ਜਾਣਗੇ ਤੇ ਜੌਬਸ ਵੀ ਬਾਹਰ ਜਾਣਗੀਆਂ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਕਨਸੈਪਟ ਨਾ ਹਮੇਸ਼ਾ ਹੀ ਅਟੈਕ ਕਰਨਾ, ਸਿਰਫ ਕਿ ਵੀ ਜੀ ਅਸੀਂ ਜਿਹੜੇ ਅਮੀਰ ਨੇ ਉਹਨਾਂ ਨੂੰ ਹੀ ਟਾਰਗੇਟ ਕਰਾਂਗੇ, ਉਹਨਾਂ ਨੂੰ ਹੀ ਕਰਾਂਗੇ, ਉਹ ਇੱਕ ਮੁੱਦਾ ਹੈਗਾ ਜਿਸ ਕਾਰਨ ਉਹ ਥੋੜੀ ਜਿਹੀ ਇਹ ਸਿਚੁਏਸ਼ਨ ਜਿਹੜੀ ਹੈ ਖਰਾਬ ਕਰਦਾ ਪਿਆ। ਅਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਇੰਨੇ ਡੀਪਲੀ ਪਾਲਿਸੀਜ਼ ਨੂੰ ਲੈ ਕੇ ਕਾਮਯਾਬ ਨਹੀਂ ਹੋ ਰਹੇ। ਹਾਂ, ਪਰਸਨਲ ਤੌਰ ਤੇ ਕਰਿਸ਼ਮਾ ਦੇ ਤੌਰ ਦੇ ਉੱਤੇ ਉਹ ਉੱਭਰ ਰਹੇ ਨੇ ਜੀ। ਆਪਾਂ ਗ੍ਰੀਨ ਪਾਰਟੀ ਦੀ ਚਰਚਾ ਨਹੀਂ ਕੀਤੀ ਕਿਉਂਕਿ ਪਿਛਲੀਆਂ ਵੋਟਾਂ ਲੱਗਦਾ ਸੀ ਕਿ ਅਗਲੀਆਂ ਵੋਟਾਂ ਵਿੱਚ ਗ੍ਰੀਨ ਪਾਰਟੀ ਹੋਰ ਵੀ ਉੱਭਰ ਕੇ ਆ ਸਕਦੀ ਹੈ, ਕਲਾਈਮੇਟ ਦਾ ਮੁੱਦਾ ਜਿਸ ਤਰੀਕੇ ਨਾਲ ਆ ਰਿਹਾ। ਪਰ ਐਤਕੀ ਬਹੁਤ ਜ਼ਿਆਦਾ ਸਪੋਰਟ ਖਿਸਕਦੀ ਨਜ਼ਰ ਆ ਰਹੀ ਹੈ, ਹੋ ਸਕਦਾ ਕਿ ਸੀਟ ਇੱਕ ਅੱਧੀ ਉਹਨਾਂ ਕੋਲ ਰਹਿ ਜਾਵੇ। ਸੋ ਇਹਦਾ ਕੀ ਕਾਰਨ ਹੈ? ਇਸ ਤਰ੍ਹਾਂ ਹੈਗਾ ਕਿ ਇਹਨਾਂ ਦੀ ਆਪਣੀ ਪਾਰਟੀ ਇਨਫਾਈਟਿੰਗ ਜਿਹੜੀ ਉਸਨੇ ਬੜਾ ਨੁਕਸਾਨ ਪਹੁੰਚਾਇਆ ਗ੍ਰੀਨ ਪਾਰਟੀ ਨੂੰ। ਨੰਬਰ 2, ਐਲਿਜ਼ਬeth ਮੇ ਜਦੋਂ ਛੱਡ ਕੇ ਗਏ ਨੇ, ਐਨਮੀ ਪੌਲ ਜਿਹੜੇ ਹੁੰਦੇ ਨੇਤਾ ਹੈਗੇ ਨੇ, ਇੱਕ ਤਾਂ ਉਹ ਆਪ ਵੀ ਕੋਈ ਸੀਟ ਜਿੱਤ ਨਹੀਂ ਸਕੇ ਤੇ ਪਾਰਲੀਮੈਂਟ ਨਹੀਂ ਜਾ ਸਕੇ। ਇਹਦਾ ਬੜਾ ਅਸਰ ਪੈਂਦਾ ਹੈ ਕਿ ਜਦੋਂ ਇੱਕ ਵਿਅਕਤੀ ਪਾਰਲੀਮੈਂਟ 'ਚ ਹੋਏ ਉੱਥੇ ਉਹ ਓਪਨਲੀ ਐਜ਼ ਅ ਲੀਡਰ ਕਈ ਇਸ਼ੂਜ਼ ਨੂੰ ਉਭਾਰ ਸਕਦਾ ਹੈ ਅਤੇ ਜਿਹੜੇ ਆਪੋਜੀਸ਼ਨ 'ਚ ਵੀ ਹੋਵੇ ਜਾਂ ਰੂਲਿੰਗ ਪਾਰਟੀ ਨੂੰ ਉਹਦੇ ਉੱਤੇ ਬਹਿਸ ਕਰ ਸਕਦਾ ਹੈ। ਲੇਕਿਨ ਜਦੋਂ ਬਾਹਰ ਰਹੋ ਤੁਸੀਂ, ਇੱਕ ਤਾਂ ਉਹਨਾਂ ਨੂੰ ਇੰਨਾ ਸਮਾਂ ਨਹੀਂ ਮਿਲਦਾ, ਨਾ ਹੀ ਉਹਨਾਂ ਨੂੰ ਇੰਨਾ ਫੋਕਸ ਕੀਤਾ ਜਾਂਦਾ ਹੈ। ਇਨਫਾਈਟਿੰਗ ਦਾ ਇੱਕ ਮੇਨ ਮੁੱਦਾ ਰਿਹਾ।
ਇਹ ਨਹੀਂ ਕਿ ਕਲਾਈਮੇਟ ਚੇਂਜ ਦਾ ਮੁੱਦਾ ਘਟ ਗਿਆ, ਰਾਦਰ ਕਲਾਈਮੇਟ ਚੇਂਜ ਦਾ ਮੁੱਦਾ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਉਹ ਮਕਬੂਲ ਹੋ ਗਿਆ। ਅਸੀਂ ਦੇਖਿਆ BC ਦੇ ਵਿੱਚ ਕਿਸ ਤਰ੍ਹਾਂ ਅੱਗਾਂ ਲੱਗੀਆਂ, ਕਿਸ ਤਰ੍ਹਾਂ ਕਈ ਥਾਵਾਂ ਦੇ ਉੱਤੇ ਹੜ੍ਹ ਆਏ। ਸੋ ਲੋਕ ਹੁਣ ਚਿੰਤਤ ਨੇ ਕਿ ਕਲਾਈਮੇਟ ਚੇਂਜ ਦਾ ਮੁੱਦਾ ਬੜਾ ਅਹਿਮ ਹੈ ਤੇ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਰ ਲਿਬਰਲਸ ਵੱਲੋਂ ਵੀ ਕੰਜ਼ਰਵੇਟਿਵਸ ਵੱਲੋਂ ਵੀ ਜਿਹੜੀ ਕੁਝ ਪਾਲਿਸੀਜ਼ ਲਿਆਂਦੀਆਂ ਗਈਆਂ ਨੇ ਉਹ ਵੀ ਹੁਣ ਖਾਸ ਤੌਰ ਤੇ ਜਿਹੜੇ ਯੰਗਸਟਰਸ ਹੈਗੇ ਨੇ ਥੋੜੇ ਬਹੁਤੇ ਪ੍ਰਭਾਵਿਤ ਹੋ ਰਹੇ ਨੇ ਕਿ ਜੀ ਹਰ ਇੱਕ ਪਾਰਟੀ ਹੁਣ ਇਸ ਦੇ ਬਾਰੇ ਸੋਚਣਾ ਸ਼ੁਰੂ ਕਰਦਾ, ਜਦ ਕਿ ਪਹਿਲਾਂ ਸਿਰਫ ਗ੍ਰੀਨ ਪਾਰਟੀ ਸੀ ਜਿਹੜੀ ਇਸੇ ਮੁੱਦੇ ਨੂੰ ਲੈ ਕੇ ਲੋਕਾਂ ਦੇ ਚੱਲ ਰਹੀ ਸੀ। ਸੋ ਡੈਫੀਨੇਟਲੀ ਇੱਕ ਵੀ ਸੀਟ ਲੈ ਜਾਣ ਤਾਂ ਬਹੁਤ ਵੱਡੀ ਗੱਲ ਹੋਏਗੀ ਐਤਕੀ, ਕਿਉਂਕਿ ਇਹਨਾਂ ਦਾ ਬੇਸ ਕਾਫੀ ਇਰੋਡ ਹੋਇਆ ਹੈਗਾ ਜੀ। ਇੱਕ ਮੁੱਦਾ ਰਹਿ ਗਿਆ ਉਹਦੇ ਵਿੱਚ ਆਪਾਂ, ਕਿਉਂਕਿ ਵੈਕਸੀਨੇਸ਼ਨ ਦੇ ਮੁੱਦੇ ਉੱਤੇ ਕੰਜ਼ਰਵੇਟਿਵ ਨੁਕਸਾਨ ਹੋ ਰਿਹਾ। ਇੱਕ ਹੋਰ ਮੁੱਦਾ ਸੀ ਕਿ ਜਿਹੜੀਆਂ ਅਸੌਲਟ ਰਾਈਫਲਸ ਨੇ ਉਸ ਬੈਨ ਉੱਤੇ ਵੇਰੈਂਟ ਟੂਲ ਘਰੇ ਨੇ, ਪਲੇਟਫਾਰਮ ਨੂੰ ਕੱਢਿਆ, ਉਹਦੇ ਵਿੱਚ ਕੁਝ ਹੋਰ ਕਿਹਾ ਗਿਆ ਸੀ ਤੇ ਡਿਬੇਟ ਵਿੱਚ ਉਹਨਾਂ ਨੇ ਕੁਝ ਹੋਰ ਦਾਅਵਾ ਕੀਤਾ। ਸੋ ਉਸ ਮੁੱਦੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਉਹਦੇ ਉੱਤੇ ਕਿਉਂ ਫਸਦੇ ਨਜ਼ਰ ਆ ਰਹੇ ਨੇ ਐਰਨ ਟੂਲ? ਐਰਨ ਟੂਲ ਇਸ ਪਾਰਟੀ ਦਾ ਅਹਿਮ ਇਹ ਫੈਸਲਾ ਰਿਹਾ ਹੈਗਾ ਕਿ ਅਸੀਂ ਬੈਨ ਕਰਨਾ ਚਾਹੁੰਦੇ ਹਾਂ ਉਹਨਾਂ ਵੈਪਨਸ ਨੂੰ ਜਿਹੜੇ ਕਿ ਇਲੀਗਲ ਸਮਗਲ ਹੁੰਦੇ ਨੇ ਜੀ। ਕੈਨੇਡਾ ਦੇ ਵਿੱਚ ਇੱਕ ਬੜਾ ਸੋਹਣਾ ਸਿਸਟਮ ਹੈਗਾ ਜਿਸ ਦੇ ਵਿੱਚ ਕਿ ਜੇਕਰ ਤੁਸੀਂ ਕੋਈ ਬੰਦੂਕ ਰੱਖਦੇ ਹੋ, ਕੋਈ ਹਥਿਆਰ ਰੱਖਦੇ ਹੋ ਤਾਂ ਤੁਹਾਡਾ ਇੱਕ ਸਿਸਟਮ ਹੈ ਜਿਸ ਨੂੰ ਫੋਲੋ ਕਰਕੇ ਹੀ ਤੁਸੀਂ ਕਰਦੇ ਹੋ। ਜਿੰਨੇ ਵੀ ਕੈਨੇਡਾ ਦੇ ਵਿੱਚ ਹਾਦਸੇ ਹੋਏ ਨੇ ਉਸਦੇ ਜ਼ਿਆਦਾਤਰ 95% ਤੋਂ ਉੱਤੇ ਜਿਹੜੇ ਹੋਏ ਨੇ ਉਹ ਹੋਏ ਨੇ ਇਲੀਗਲ ਜਿਹੜੇ ਸਮਗਲਿੰਗ ਹੁੰਦੀ ਹੈਗੀ। ਸੋ ਐਰਨ ਟੂਲ ਦਾ ਇਹ ਫੋਕਸ ਰਿਹਾ ਹੈਗਾ ਕਹਿਣ ਦੇ ਉੱਤੇ ਕਿ ਅਸੀਂ ਫੋਕਸ ਕਰਾਂਗੇ ਬਾਰਡਰ ਦੇ ਉੱਤੇ, ਜਿਹੜੇ ਵੈਪਨਸ ਉੱਥੋਂ ਆਉਂਦੇ ਨੇ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਹਾਂ, ਪਰ ਜਿਹੜੇ ਆਲਰੇਡੀ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਨੂੰ ਅਸੀਂ ਫੋਕਸ ਨਹੀਂ ਕਰਨਾ ਚਾਹੁੰਦੇ। ਪਰ ਇਹ ਗੱਲ ਲੋਕਾਂ ਤੱਕ ਜਿਹੜੇ ਤਾਂ ਹਥਿਆਰ ਰੱਖਦੇ ਨੇ ਉਹਨਾਂ ਵਾਸਤੇ ਤੇ ਉਹ ਕੰਜ਼ਰਵੇਟਿਵਸ ਨੂੰ ਸਪੋਰਟ ਕਰਦੇ ਨੇ, ਪਰ ਆਮ ਬੰਦਿਆਂ ਦੇ ਵਿੱਚ ਇਹ ਗੱਲ ਉਹਨਾਂ ਤੱਕ ਪਹੁੰਚਾਉਣ ਵਿੱਚ ਉਹ ਇੱਕ ਤਰ੍ਹਾਂ ਦੇ ਨਾਕਾਮਯਾਬ ਰਹੇ ਨੇ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਐਰਨ ਟੂਲ ਕਹਿੰਦੇ ਨੇ ਕਿ ਅਸੀਂ ਅਸੌਲਟ ਵੈਪਨਸ ਨੂੰ ਬੈਨ ਨਹੀਂ ਕਰਨਾ ਚਾਹੁੰਦੇ, ਜਦ ਕਿ ਇਹ ਹਕੀਕਤ ਨਹੀਂ ਹੈਗੀ। ਸੋ ਇਹਦਾ ਅਸਰ ਜਿਹੜਾ ਹੈਗਾ, ਜਿਹੜੇ ਆਲਰੇਡੀ ਪਹਿਲਾਂ ਹੀ ਲੋਕ ਜਿਹੜੇ ਐਸੋਸੀਏਟਡ ਨੇ ਕਿਸੇ ਪਾਰਟੀ ਨਾਲ, ਉਹ ਉਹਨਾਂ ਨਾਲ ਹੀ ਰਹਿਣਗੇ। ਇਸ ਮੁੱਦੇ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਪਏਗਾ ਜੀ। ਇਹਦੇ ਨਾਲ ਹੀ ਅਸੀਂ ਜੇ ਐਡਵਾਂਸ ਪੋਲਿੰਗ ਦੀ ਗੱਲ ਕਰ ਲਈਏ ਤਾਂ ਇੱਕ ਤੇ ਰਿਕਾਰਡ ਟੁੱਟੇ ਨੇ, 57 ਲੱਖ 5.7 ਮਿਲੀਅਨ ਲੋਕ ਜਿਹੜੇ ਉਹ ਗਏ ਨੇ। ਆਪਾਂ ਜਦੋਂ ਭਾਰਤ 'ਚ ਪੱਤਰਕਾਰੀ ਕਰਦੇ ਸੀ ਤਾਂ ਉੱਥੇ ਹੁੰਦਾ ਸੀ ਕਿ ਜਦੋਂ ਵੀ ਜ਼ਿਆਦਾ ਵੋਟਿੰਗ ਹੁੰਦੀ ਆ ਤੇ ਇਹ ਜਿਹੜੀ ਸੱਤਾ ਹੁੰਦੀ ਆ ਸਥਾਪਿਤ ਉਹਦੇ ਖਿਲਾਫ ਭੁਗਤਦੀ ਹੁੰਦੀ ਆ। ਐਤਕੀ ਵੈਸੇ ਕੋਵਿਡ ਵਾਲੇ ਹਾਲਾਤ ਵੀ ਨੇ, ਇਸ ਵਕਤ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜੇਕਰ ਵੋਟ ਟਰਨਆਊਟ ਜ਼ਿਆਦਾ ਰਹਿੰਦਾ ਤਾਂ ਉਹਦਾ ਨੁਕਸਾਨ ਲਿਬਰਲ ਨੂੰ ਹੋਊਗਾ ਜਾਂ ਫਿਰ ਫਾਇਦਾ ਹੋਊਗਾ? ਇਹਦੇ 'ਚ ਦੋ ਕਾਰਨ ਹੈਗੇ ਨੇ ਜੀ। ਇੱਕ ਤਾਂ ਹੈਗਾ ਕਿ ਹਰ ਇੱਕ ਵਿਅਕਤੀ ਨੇ ਐਡਵਾਂਸ ਵੋਟਿੰਗ ਵਿੱਚ ਜਿਹੜਾ ਵੀ ਜਾ ਸਕਦਾ ਸੀ ਉਸਨੇ ਸੋਚਿਆ ਕਿ ਲੰਮੀਆਂ ਕਤਾਰਾਂ 'ਚ ਖਲੋਣ ਦੀ ਬਜਾਏ 20 ਤਰੀਕ ਨੂੰ ਬੈਟਰ ਹੈਗਾ, ਜੇ ਮੌਕਾ ਮਿਲਿਆ ਸਾਨੂੰ ਅਸੀਂ ਕਰ ਲਈਏ। ਨਹੀਂ ਤਾਂ ਆਮ ਤੌਰ ਤੇ ਇਲੈਕਸ਼ਨ ਵਾਲੇ ਦਿਨ ਹੀ ਲੋਕ ਜਿਹੜੇ ਨੇ ਬਾਹਰ ਨਿਕਲਦੇ ਹੈਗੇ ਨੇ ਜ਼ਿਆਦਾਤਰ, ਉਹ ਚਾਹੁੰਦੇ ਨੇ ਦੇਖਣ ਕੀ ਗਹਿਮੋ ਗਹਿਮੀ ਹੋ ਰਹੀ ਹੈ, ਦੂਸਰੇ ਨੇ ਇੱਕ ਦੂਸਰੇ ਨੂੰ ਮਿਲਣ। ਪਰ ਐਤਕੀ ਕੋਵਿਡ ਕਾਰਨ ਜਿਹੜਾ ਇੱਕ ਇਹ ਫੈਕਟਰ ਰਿਹਾ ਕਿ ਲੋਕਾਂ ਨੇ ਸੋਚਿਆ ਕਿ ਜਿੰਨਾ ਛੇਤੀ ਹੋ ਸਕੇ ਜਿਹੜਾ ਅਸੀਂ ਆਪਣੀ ਰਿਸਪੌਂਸਿਬਿਲਿਟੀ ਹੈ ਇਸ ਨੂੰ ਪੂਰਾ ਕਰ ਦਈਏ। ਕੀ ਇਸ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ? ਕਿਉਂਕਿ ਦੋਨੋਂ ਹੀ, ਬਲਕਿ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਨੇ ਜਾ ਕੇ ਵੋਟਾਂ ਪਾਈਆਂ ਨੇ। ਅਜੇ ਤੱਕ ਵੀ ਜ਼ਿਆਦਾਤਰ ਜਿਹੜੇ ਵੋਟਰ ਸੀ ਉਹ ਪਾਰਟੀ ਬੇਸਡ ਵੋਟਰਸ ਨੇ ਜਿਨ੍ਹਾਂ ਨੇ ਕਿ ਵੋਟਾਂ ਪਾਈਆਂ। ਜਿਹੜੇ ਅਨਡਿਸਾਈਡਡ ਨੇ ਉਹਨਾਂ ਨੇ ਜਾ ਕੇ ਜ਼ਿਆਦੀਆਂ ਵੋਟਾਂ ਨਹੀਂ ਪਾਈਆਂ, ਉਹ 20 ਤਰੀਕ ਨੂੰ ਹੀ ਨਿਕਲਣਗੇ। ਸੋ ਆਮ ਤੌਰ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਇੰਡੀਆ 'ਚ ਦੇਖਦੇ ਹਾਂ ਕਿ ਜ਼ਿਆਦਾ ਐਡਵਾਂਸ ਪੋਲਿੰਗ ਹੋਦਾ ਉਹ ਅਗੇਂਸਟ ਸੱਤਾ ਜਾਂਦੀ ਹੈ, ਨਹੀਂ ਐਸੀ ਕੋਈ ਗੱਲ ਨਹੀਂ ਹੈਗੀ। ਇੱਥੇ ਕੈਨੇਡਾ 'ਚ ਇੱਕ ਐਸੀ ਕੋਈ ਸੋਚ ਨਹੀਂ ਹੈਗੀ, ਇਹਦਾ ਕੋਈ ਬਹੁਤਾ ਅਸਰ ਨਹੀਂ ਪਏਗਾ। ਪਰ ਡੈਫੀਨੇਟਲੀ ਇਹ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ ਸ਼ੋ ਕਰਦੀ ਹੈ ਕਿ ਭਾਵੇਂ ਇਹ ਪੈਂਡੇਮਿਕ ਚੱਲ ਰਿਹਾ ਪਰ ਲੋਕ ਫਿਰ ਵੀ ਆਪਣਾ ਜਮਹੂਰੀ ਹੱਕ ਜੋ ਹੈ ਉਸ ਦਾ ਇਸਤੇਮਾਲ ਕਰਦੇ ਸਮਝਦੇ ਨੇ ਕਿ ਸਾਡਾ ਰਾਈਟ ਹੈਗਾ ਤੇ ਇਸ ਨੂੰ ਨਿਭਾਉਂਦੇ ਹੈਗੇ ਨੇ। ਐਂਡ ਇਸ ਦਾ ਕੋਈ ਸੱਤਾ ਦੇ ਖਿਲਾਫ ਜਾਂ ਸੱਤਾ ਦੇ ਹੱਕ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਜੀ। ਇੱਕ ਆਖਰੀ ਸਵਾਲ ਆ, ਆਪਾਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬੀ ਭਾਈਚਾਰਾ ਪੋਲਿਟਿਕਸ 'ਚ ਬਹੁਤ ਵੱਧ ਕੇ ਹਿੱਸਾ ਲੈਂਦਾ ਆ, ਔਰ ਇਸ ਵਾਰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਬਹੁਤ ਥਾਵਾਂ ਤੇ ਮੁਕਾਬਲਾ ਪੰਜਾਬੀ ਭਾਈਚਾਰੇ ਦੇ, ਜਿੱਥੇ ਖਾਸ ਕਰਕੇ ਜਿਵੇਂ ਅਸੀਂ ਇੱਥੇ ਸਰੀ ਦੀ ਗੱਲ ਕਰ ਲਈਏ, ਚਾਹੇ ਬਰੈਂਪਟਨ ਟੋਰਾਂਟੋ ਦੀ ਗੱਲ ਕਰ ਲਈਏ, ਅਲਬਰਟਾ ਦੀ ਗੱਲ ਕਰ ਲਈਏ, ਕੈਲਗਰੀ ਐਡਮੰਟਨ ਦੀ, ਤਾਂ ਆਪਸ ਵਿੱਚ ਮੁਕਾਫਸੇ ਨੇ। ਇਸ ਵਾਰ ਕਿਸ ਤਰੀਕੇ ਦੀ ਭੂਮਿਕਾ ਰਹਿ ਸਕਦੀ ਹੈ? ਇਸ ਸਮੇਂ ਕਈ ਥਾਵਾਂ ਦੇ ਉੱਤੇ ਸਟਰੋਂਗ ਫਾਈਟ ਸ਼ਾਇਦ ਮਿਲ ਜਾਏ, ਲੇਕਿਨ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜੀ ਇੱਕ ਸੋਚ ਬੈਠੀ ਹੋਈ ਹੈ ਕਿ ਲਿਬਰਲ ਪਾਰਟੀ ਹੀ ਸਾਡੇ ਇਮੀਗ੍ਰੇਸ਼ਨ ਵਾਸਤੇ ਬਿਹਤਰ ਹੈਗੀ ਹੈ, ਇਹ ਗੱਲ ਬਾਹਰ ਨਹੀਂ ਨਿਕਲਦੀ। ਇਕਨੋਮੀ ਦਾ ਮੁੱਦਾ ਜਾਂ ਦੇਸ਼ ਦੇ ਵਿੱਚ ਕਰਜ਼ਾ ਵੱਧਦਾ ਜਾ ਰਿਹਾ, ਡੈਫਿਸਿਟ ਵੱਧਦਾ ਜਾ ਰਿਹਾ ਹੈ, ਉਹਦੇ ਉੱਤੇ ਕੋਈ ਬਹੁਤੀ ਸੋਚ ਨਹੀਂ। ਕਲਾਈਮੇਟ ਚੇਂਜ ਦੇ ਉੱਤੇ ਵੀ ਅਜੇ ਨਹੀਂ। ਯੰਗਸਟਰਸ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਹੈਗਾ ਉਹ ਸੋਚ ਹੈਗੀ ਇਹੋ ਜਿਹੀ, ਪਰ ਮੱਧ ਵਰਗ ਦੇ ਲੋਕਾਂ ਦੇ ਵਿੱਚ ਅਜੇ ਵੀ ਇੱਕ ਪੁਰਾਣੀ ਸੋਚ ਚੱਲਦੀ ਹੈ ਕਿ ਜੀ ਲਿਬਰਲ ਪਾਰਟੀ ਹੀ ਸਾਡੇ ਇਮੀਗ੍ਰੇਸ਼ਨ ਵਾਸਤੇ ਚੰਗੀ ਹੈਗੀ ਹੈ ਤੇ ਅਸੀਂ ਸਿਰਫ ਇਮੀਗ੍ਰੇਸ਼ਨ ਦਾ ਹੀ ਅਹਿਮ ਮੁੱਦਾ ਲੈ ਕੇ ਜ਼ਿਆਦਾਤਰ ਵੋਟਾਂ ਪਾਉਂਦੇ ਹਾਂ। ਐਂਡ ਉਹੀ ਸੋਚ ਮੈਨੂੰ ਅਜੇ ਵੀ ਨਜ਼ਰ ਆ ਰਹੀ ਹੈਗੀ ਜਦੋਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜਾਂ ਦੇਖ ਰਹੇ ਹਾਂ ਲੋਕਾਂ ਨਾਲ। ਸੋ ਬਹੁਤਾ ਕੋਈ ਫਸਵਾਂ ਮੁਕਾਬਲਾ ਮੈਨੂੰ ਨਹੀਂ ਲੱਗਦਾ ਕਿਸੇ ਸੀਟ ਤੇ ਹੋਏਗਾ। ਇਟ ਵਿਲ ਬੀ ਆਈ ਥਿੰਕ ਐਨ ਈਜ਼ੀ ਰਾਈਡ ਫॉर ਦ ਲਿਬਰਲਸ, ਜ਼ਿਆਦਾਤਰ ਜਿਹੜਾ ਹੈਗਾ ਉਹ ਲੈ ਜਾਣਗੇ। ਪਰ ਨਾਲ ਹੀ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਐਰਨ ਟੂਲ ਦੇ ਜਿਹੜੀ ਸਟੇਟਮੈਂਟਸ ਆਈਆਂ ਨੇ ਕੁਝ,
ਉਸ ਨਾਲ ਕੁਝ ਲੋਕਾਂ ਨਾਲ ਜਿਹੜੀ ਗੱਲ ਕੀਤੀ ਹੈ ਉਹ ਸੋਚ ਰਹੇ ਨੇ ਕਿ ਕਰਜ਼ਾ ਜੇਕਰ ਵੱਧਦਾ ਜਾਏਗਾ ਇਸ ਦਾ ਅਸਰ ਸਾਡੇ ਬੱਚਿਆਂ ਨੂੰ, ਸਾਡੇ ਬੱਚਿਆਂ ਦੇ ਬੱਚਿਆਂ ਦੇ ਉੱਤੇ ਪਏਗਾ। ਸੋ ਕੁਝ ਲੋਕ ਇਸ ਪਾਸੇ ਨੂੰ ਸੋਚ ਰਹੇ ਨੇ, ਪਰ ਜ਼ਿਆਦਾ ਇਹ ਇੰਨੀ ਸਟਰੋਂਗ ਮੂਵਮੈਂਟ ਨਹੀਂ ਅਜੇ, ਸ਼ਾਇਦ ਕਿਉਂਕਿ ਇਹ ਮਿਨੋਰਿਟੀ ਸਰਕਾਰ ਬਣਨੀ ਹੈ। ਮੈਨੂੰ ਲੱਗਦਾ ਹੈ ਆਉਣ ਵਾਲੇ 2 ਸਾਲਾਂ ਤੋਂ ਬਾਅਦ ਜਦੋਂ ਇਲੈਕਸ਼ਨ ਹੋਏਗੀ ਇਹ ਸੋਚ ਸ਼ਾਇਦ ਹੋਰ ਭਾਰੂ ਸਾਡੇ ਭਾਈਚਾਰੇ 'ਚ ਹੋ ਜਾਏਗੀ। ਜੀ, ਸੋ ਲੱਗਦਾ ਕਿ ਇਸ ਵਾਰ ਕੀ 2-2 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਰਹੇਗੀ? ਜੀ ਲੱਗ ਰਿਹਾ ਹੈ ਇਸ ਵਾਰ ਤਾਂ ਬਿਲਕੁਲ ਹੀ ਲੱਗ ਰਿਹਾ ਕਿ 2 ਸਾਲਾਂ ਬਾਅਦ ਦੁਬਾਰਾ ਹੋਏਗੀ, ਕਿਉਂਕਿ ਜੋ ਇੰਡੀਕੇਸ਼ਨਸ ਹੁਣ ਤੱਕ ਹੈਗੀਆਂ ਨੇ ਉਸ ਵਿੱਚ ਕੋਈ ਵੀ ਪਾਰਟੀ ਮੈਜੋਰਿਟੀ ਵਾਲੇ ਪਾਸੇ ਨਹੀਂ ਜਾ ਰਹੀ। ਮਿਨੋਰਿਟੀ ਸਰਕਾਰ ਹੀ ਬਣੇਗੀ ਤੇ ਮਿਨੋਰਿਟੀ ਸਰਕਾਰ ਵਿੱਚ ਵੀ ਮੈਨੂੰ ਜੋ ਲੱਗ ਰਿਹਾ ਹੈ ਕਿ ਟਰੂਡੋ ਸਰਕਾਰ ਹੀ ਦੁਬਾਰਾ ਬਣਾ ਕੇ ਇਹ ਮੁੜ ਤੋਂ 1.5-2 ਸਾਲ ਹੋਰ ਜਿਹੜਾ ਹੈ ਰੂਲ ਕਰਨਗੇ। ਜੀ, ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ, ਸੋ ਸਾਨੂੰ ਬਰੀਕੀ ਨਾਲ ਸਮਝਾਇਆ ਕਿ ਇਸ ਵਕਤ ਕੀ ਚੱਲ ਰਿਹਾ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ, ਸ਼ੁਕਰੀਆ ਤੇ ਆਉਣ ਲਈ। ਜੀ, ਸੋ ਇਹ ਸਨ ਹਰਪ੍ਰੀਤ ਸਿੰਘ ਹੁਣੀ, ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਾਨੂੰ ਦੱਸਿਆ ਕਿ ਇਸ ਵਕਤ ਪ੍ਰੋਵਿੰਸ ਵਾਈਜ਼ ਅੰਟਾਰੀਓ ਤੇ ਕਿਊਬਕ ਦਾ ਕੀ ਰੋਲ ਰਹੇਗਾ, ਪੰਜਾਬੀ ਭਾਈਚਾਰੇ ਦਾ ਕੀ ਰੋਲ ਰਹੇਗਾ ਤੇ ਸਥਿਤੀਆਂ ਇਸ ਵਕਤ ਕੀ ਬਣੀਆਂ ਨੇ। ਸੋ ਇਹਨਾਂ ਦੇ ਮੁਤਾਬਕ ਜੋ ਇਸ ਵਕਤ ਹਾਲਾਤ ਨੇ, ਮਿਨਾਰਟੀ ਗੌਰਮੈਂਟ ਇਸ ਵਕਤ ਦੁਬਾਰਾ ਬਣ ਸਕਦੀ ਹੈ। ਜਸਟਿਨ ਟਰੂਡੋ ਅੱਗੇ ਨਜ਼ਰ ਆ ਰਹੇ ਨੇ, ਪਰ ਅਸਲੀ ਪਤਾ ਉਹ ਅਸੀਂ ਇੱਕ ਵਾਰੀ ਫੇਰ ਕਹਿ ਰਹੇ ਹਾਂ ਕਿ 20 ਸਤੰਬਰ ਨੂੰ ਲੱਗੇਗਾ ਜਦੋਂ ਨਤੀਜੇ ਆਉਣੇ ਸ਼ੁਰੂ ਹੋਣਗੇ। ਸੋ ਸਾਰੀਆਂ ਅਪਡੇਟਸ ਜਿਹੜੀਆਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।